ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੈ ਨਾਉ। ਸੁਲਤਾਨ ਹੋਆ ਮੇਲ ਲਸ਼ਕਰ, ਤਖਤ ਰਾਖਾਂ ਪਾਓ। ਹੁਕਮ ਹਾਸਲ ਕਰੀ ਬੈਠਾ, ਹੁਕਮ ਹਾਸਲ ਕਰੀ ਬੈਠਾ। ਨਾਨਕਾ ਸਭ ਵਾਉ, ਮਤ ਦੇਖ ਭੂਲਾ ਵਿਸਰੈ। ਤੇਰਾ ਚਿਤ ਨ ਆਵੈ ਨਾਉ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸਹੁ ਗੁਰ ਸਹੁ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦੈ ਸਾਹੋ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ। ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ। ਦਰਵੇਸੀ ਕੋ ਜਾਣਸੀ, ਵਿਰਲਾ ਕੋ ਦਰਵੇਸ। ਜੇ ਘਰ ਘਰ ਹੰਡੈ ਮੰਗਦਾ, ਤਿਗ ਜੀਵਨ ਤਿਗ ਵੇਸ। ਜੇ ਆਸਾ ਅੰਦੇਸਾ ਤਜ ਰਹੈ, ਗੁਰਮੁਖ ਭਿਖਿਆ ਨਾਉ। ਤਿਸ ਕੇ ਚਰਨ ਪਖਾਲੀਐ, ਨਾਨਕ ਹਉ ਬਲਿਹਾਰੈ ਜਾਓ। ਜੇ ਆਸਾ ਅੰਦੇਸਾ ਤਜ ਰਹੈ, ਗੁਰਮੁਖ ਭਿਖਿਆ ਨਾਉ। ਤਿਸ ਕੇ ਚਰਨ ਪਖਾਲੀਐ, ਨਾਨਕ ਹਉ ਬਲਿਹਾਰੈ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ
ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ। ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਦੀਨ ਦੁਨੀਆ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ, ਸਤਿਗੁਰ ਬਾਣੀ ਪੁਰਖ ਪੁਰਖੋਤਮ, ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੈ ਗੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਦਰ ਇਕੱਤਰ ਹੋ ਕੇ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਸਤਿਗੁਰਾਂ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕੀਤੇ ਹਨ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਸਾਨੂੰ ਗੁਰਦੇਵ ਨੇ ਤਰਸ ਕਰਕੇ, ਦਇਆ ਕਰਕੇ ਅੱਜ ਦੇ ਇਸ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੇ ਵਿਚਾਰ ਕਰਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਰਸਨਾ ਦੀ ਪਵਿੱਤਰਤਾ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ, ਸਤਨਾਮ ਸ਼੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਲੋਕ ਬਿਹਾਗੜੇ ਦੀ ਵਾਰ ਦਾ ਇਹ ਪਾਵਨ ਸਲੋਕ ਹੈ। ਇਹ ਵਾਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਸਲੋਕ ਤੀਸਰੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ ਔਰ ਇਸ ਸਲੋਕ ਦੇ ਨਾਲ ਜੋ ਪਾਵਨ ਪੌੜੀ ਹੈ ਉਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਤੀਸਰੇ ਪਾਤਸ਼ਾਹ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਸਲੋਕ ਦੀ ਦਾਤ ਬਖਸ਼ਿਸ਼ ਕਰਦੇ ਹਨ। ਸਲੋਕ ਛੰਦ ਦਾ ਨਾਮ ਹੈ। ਮਹਾਂਪੁਰਸ਼ ਇਸ ਤਰ੍ਹਾਂ ਵੀ ਕਹਿੰਦੇ ਆ, ਸਾ ਲੋਕ ਸ੍ਰੇਸ਼ਟ ਲੋਕ ਤੋਂ ਆਏ ਹੋਏ ਅੰਮ੍ਰਿਤ ਬਚਨ, ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਤੁਰ ਦਰਗਾਹ ਤੋਂ ਸੱਚਖੰਡ ਚੋਂ ਆਏ ਹੋਏ ਅੰਮ੍ਰਿਤ ਬਚਨ, ਸਾ ਲੋਕ ਸ੍ਰੇਸ਼ਟ ਲੋਕ ਤੋਂ ਆਏ ਹੋਏ। ਸਲੋਕ ਛੰਦ ਦਾ ਇੱਕ ਪ੍ਰਕਾਰ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਵਿੱਚ ਸਤਿਗੁਰੂ ਜੀ ਨੇ ਅਨੇਕਾਂ ਛੰਦ ਵਰਤੇ ਹਨ। ਪਾਤਸ਼ਾਹ ਦੇ 16 ਉਚਾਰਨ ਕੀਤੇ ਨੇ, ਛੰਤ ਉਚਾਰਨ ਕੀਤੇ ਨੇ, ਅਸ਼ਟਪਦੀਆਂ ਉਚਾਰਨ ਕੀਤੀਆਂ ਨੇ, ਦੋਹਰੇ, ਰੱਡ, ਸਵਈਏ ਤੋਂ ਛੰਦਾਂ ਦੇ ਪ੍ਰਕਾਰ ਹਨ। ਛੰਦ ਰਚਨਾ ਬਾਰੇ ਜੇ ਕਿਸੇ ਗੁਰਮੁਖ ਨੂੰ ਪੜ੍ਹਨ ਦੀ ਜਿਗਿਆਸਾ ਹੋਵੇ ਕਿ ਕੈਸੇ ਕੈਸੇ ਸੁੰਦਰ ਛੰਦ ਸਤਿਗੁਰੂ ਜੀ ਨੇ ਰਚੇ ਨੇ, ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਤਾਂ ਬੇਅੰਤੀ ਛੰਦ ਰਚ ਦਿੱਤੇ ਦਸਮ ਬਾਣੀ ਵਿੱਚ। ਤੇ ਜੇ ਛੰਦ ਸ਼ਾਸਤਰ ਦੀ ਰਚਨਾ ਬਾਰੇ ਜਾਣਨਾ ਹੋਵੇ ਤਾਂ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ ਇੱਕ ਪੁਸਤਕ ਲਿਖੀ ਹੈ। ਉਸ ਪੁਸਤਕ ਦਾ ਨਾਮ ਹੈ ਗੁਰਛੰਦ ਦਿਵਾਕਰ। ਅਕਸਰ ਮੈਂ ਕਥਾ ਵਿੱਚ ਪੁਸਤਕਾਂ ਦਾ ਵੇਰਵਾ ਦਿੰਦਾ ਹੁੰਨਾ ਤਾਂ ਜੋ ਸਾਨੂੰ ਪੜ੍ਹਨ ਦੀ ਜਿਗਿਆਸਾ ਪੈਦਾ ਹੋਵੇ। ਗੁਰਛੰਦ ਦਿਵਾਕਰ ਨਾਮਕ ਪੁਸਤਕ ਹੈ ਜੋ ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ ਲਿਖੀ ਹੈ। ਛੰਦਾਂ ਦੀ ਰਚਨਾ ਕਿਸ ਤਰ੍ਹਾਂ ਰਚੀ ਜਾਂਦੀ ਹੈ
ਕਿਹੜੇ ਛੰਦ ਵਿੱਚ ਕਿਤਨੇ ਅੱਖਰ ਵਰਤੇ ਜਾਂਦੇ ਨੇ, ਕਿੰਨੀਆਂ ਦੀਰਘ ਮਾਤਰਾਵਾਂ ਵਰਤੀਆਂ ਜਾਂਦੀਆਂ ਨੇ, ਕਿਤਨੀਆਂ ਲਘੂ ਮਾਤਰਾਵਾਂ ਵਰਤੀਆਂ ਜਾਂਦੀਆਂ ਨੇ, ਉਹਨਾਂ ਦੇ ਉਚਾਰਨ ਦਾ ਪ੍ਰਕਾਰ ਕੀ ਹੈ। ਬੜੀ ਸੁੰਦਰ ਪੁਸਤਕ ਭਾਈ ਕਾਹਨ ਸਿੰਘ ਜੀ ਨਾਭਾ ਜੀ ਨੇ ਲਿਖੀ ਹੈ, ਉਹ ਲੈ ਕੇ ਆਪ ਜੀ ਪੜ੍ਹ ਸਕਦੇ ਹੋ। ਸ਼ਲੋਕ ਛੰਦ ਦਾ ਪ੍ਰਕਾਰ ਹੈ। ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਦੇ ਹਨ। ਦਰਵੇਸੀ ਕੋ ਜਾਨਸੀ ਵਿਰਲਾ ਕੋ ਦਰਵੇਸ। ਆਮ ਕਰਕੇ ਫਕੀਰ ਉਹਨੂੰ ਕਹਿ ਦਿੰਦਾ ਜਿਹੜਾ ਦਰ ਦਰ ਤੇ ਜਾ ਕੇ ਭਿਖਿਆ ਮੰਗਦਾ ਹੈ। ਆਪਾਂ ਕਹਿ ਦਿੰਦੇ ਹਾਂ ਜੀ ਇਹ ਫਕੀਰ ਹੈ, ਇਹਨੇ ਫਕੀਰੀ ਲਿਬਾਸ ਧਾਰਨ ਕੀਤਾ ਹੋਇਆ। ਅਕਸਰ ਬਹੁਤੇ ਲਿਬਾਸ ਨੂੰ ਵੇਖ ਕੇ ਹੀ ਭਰਮ ਜਾਂਦੇ ਹਨ। ਲਿਬਾਸ ਨਾਲ ਇਹ ਸਹੀ ਨਹੀਂ ਹੁੰਦਾ ਕਿ ਇਹ ਦਰਵੇਸ਼ ਹੈ ਜਾਂ ਫਕੀਰ ਹੈ ਜਾਂ ਸੰਤ ਹੈ। ਲਿਬਾਸ ਕੇਵਲ ਬਾਹਰਲੇ ਸਰੀਰ ਨੂੰ ਕੱਜਣ ਦਾ ਇੱਕ ਤਰੀਕਾ ਹੈ। ਦਰਵੇਸ਼ੀ ਦੀ ਬਿਰਤੀ ਜਿਹੜੀ ਹੈ ਉਹ ਅੰਦਰ ਦੇ ਨਾਲ ਜੁੜੀ ਹੋਈ ਹੈ। ਪਾਤਸ਼ਾਹ ਕਹਿੰਦੇ ਉਹਨੂੰ ਦਰਵੇਸ਼ ਨਹੀਂ ਜਾਣਿਆ ਜਾਂਦਾ ਜਿਹੜਾ ਦਰ ਦਰ ਤੇ ਜਾ ਕੇ ਮੰਗਦਾ ਫਿਰੇ। ਵਿਰਲਾ ਕੋ ਦਰਵੇਸ਼, ਦਰਵੇਸ਼ ਤਾਂ ਕੋਈ ਵਿਰਲਾ ਹੈ। ਇਹ ਸੰਸਾਰ ਵਿੱਚ ਪਰਮੇਸ਼ਰ ਦੀ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ ਜਿਹੜੇ ਦਰਵੇਸ਼ ਪੁਰਸ਼ ਨੇ ਉਹ ਵਿਰਲੇ ਹਨ। ਐਸਾ ਨਹੀਂ ਕਹਿ ਸਕਦੇ ਅੱਜ ਕੱਲ੍ਹ ਅਸੀਂ ਝੱਟ ਕਹਿ ਦਿੰਦੇ ਹਾਂ ਕੋਈ ਸੰਤ ਨਹੀਂ ਹੁੰਦਾ, ਕੋਈ ਮਹਾਂਪੁਰਸ਼ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਹੁੰਦੇ ਆ ਪਰ ਵਿਰਲੇ ਹੁੰਦੇ ਆ। ਵਿਖਾਵਾ ਕਰਨ ਵਾਲੇ ਬਹੁਤੇ ਹੁੰਦੇ ਨੇ ਸੰਸਾਰ ਵਿੱਚ, ਪਰ ਐਸਾ ਨਹੀਂ ਹੁੰਦਾ ਕਿ ਜੇ ਵਿਖਾਵਾ ਕਰਨ ਵਾਲੇ ਹਨ ਤੇ ਅਸਲ ਨਹੀਂ ਹਨ। ਅਨੇਕਾਂ ਮਹਾਂਪੁਰਸ਼ ਮਹਾਤਮਾ ਬੰਦਗੀ ਵਾਲੀਆਂ ਰੂਹਾਂ ਨੇ ਸੰਸਾਰ ਵਿੱਚ, ਜਿਨ੍ਹਾਂ ਦੇ ਭਜਨ ਦੇ ਪ੍ਰਤਾਪ ਸਦਕਾ ਇਹ ਧਰਤੀ ਟਿਕੀ ਹੋਈ ਹੈ। ਵਿਰਲੇ ਹਨ। ਕਿਸੇ ਵੀ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ, ਉਹ ਸदैवी ਰਹਿੰਦੀ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰੇ ਮਹਾਂਪੁਰਸ਼ ਮਹਾਤਮਾ ਵੀ ਸੰਸਾਰ ਵਿੱਚ ਹਨ, ਪਰ ਉਹ ਵਿਰਲੇ ਨੇ ਗੁਰੂ ਖਾਲਸਾ ਜੀ। ਉਹ ਥਾਂ ਥਾਂ ਤੇ ਨਹੀਂ ਮਿਲਦੇ। ਬਨ ਬਨ ਮੇਂ ਚੰਦਨ ਨਹੀਂ, ਗਿਰ ਗਿਰ ਮਾਣਕ ਨਾ ਹੈ। ਚੰਦਨ ਦੀ ਲੱਕੜੀ ਹਰ ਜੰਗਲ ਵਿੱਚ ਨਹੀਂ ਮਿਲਦੀ। ਜੰਗਲ ਤਾਂ ਬਹੁਤ ਨੇ, ਪਰ ਹਰ ਜੰਗਲ ਵਿੱਚ ਚੰਦਨ ਨਹੀਂ ਮਿਲਦਾ। ਪਹਾੜ ਵੀ ਬਹੁਤ ਨੇ, ਪਰ ਹਰ ਪਹਾੜ ਦੇ ਵਿੱਚ ਮਾਣਕ ਨਹੀਂ ਲੱਭਿਆ ਕਰਦੇ। ਹਾਥੀ ਵੀ ਬਹੁਤ ਨੇ, ਪਰ ਹਰ ਹਾਥੀ ਦੇ ਵਿੱਚ ਗੱਜ ਮੋਤੀ ਨਹੀਂ ਮਿਲਿਆ ਕਰਦਾ। ਇਸੇ ਤਰ੍ਹਾਂ ਹਰ ਨਗਰ ਵਿੱਚ, ਹਰ ਸ਼ਹਿਰ ਵਿੱਚ, ਹਰ ਜਗ੍ਹਾ ਤੇ ਰੱਬ ਦੇ ਪਿਆਰੇ ਨਹੀਂ ਮਿਲਿਆ ਕਰਦੇ, ਉਹ ਵੀ ਵਿਰਲੇ ਹਨ। ਵਿਰਲਾ ਕੋ ਦਰਵੇਸ਼, ਉਹ ਦਰਵੇਸ਼ ਜਿਹੜੇ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਬੰਦਗੀ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹ ਇਹ ਸੰਸਾਰ ਵਿੱਚ ਵਿਰਲੇ ਹਨ। ਜੇ ਘਰ ਘਰ ਹੰਡੈ ਮੰਗਦਾ, ਧਿਗ ਜੀਵਨ ਧਿਗ ਵੇਸ। ਜਿਹੜਾ ਘਰ ਘਰ ਮੰਗਦਾ ਫਿਰੇ। ਹੰਡੈ, ਹੰਡੈ ਦਾ ਮਤਲਬ ਹੁੰਦਾ ਫਿਰਨਾ। ਆਪਾਂ ਕਹਿ ਦਿੰਦੇ ਹਾਂ ਜੀ ਫਲਾਣਾ ਬੰਦਾ ਬੜਾ ਫਿਰਿਆ ਹੋਇਆ, ਜਾਂ ਦੂਜਾ ਅਰਥ ਕਰ ਦਿੰਦੇ ਆ ਵੀ ਫਲਾਣਾ ਬੰਦਾ ਬੜਾ ਹੰਡਿਆ ਹੋਇਆ। ਆਪਣੀ ਬੋਲੀ ਹੈ ਨਾ, ਆਮ ਆਪਾਂ ਬੋਲਦੇ ਆ ਸ਼ਬਦ। ਪੰਜਾਬੀ ਦੇ ਬਹੁਤ ਸਾਰੇ ਸ਼ਬਦ ਨੇ ਗੁਰਮੁਖੀ ਦੇ ਜਿਹੜੇ ਸਮੇਂ ਦੇ ਸਮੇਂ ਨਾਲ ਅਲੋਪ ਹੁੰਦੇ ਜਾ ਰਹੇ ਨੇ। ਕਹਿੰਦੇ ਘਰ ਘਰ ਦੇ ਵਿੱਚ ਹੰਡੈ ਦਾ ਮਤਲਬ ਹੁੰਦਾ ਫਿਰਦਾ ਹੈ, ਮੰਗਦਾ ਫਿਰਦਾ ਹੈ। ਅਖੰਡ ਕੀਰਤਨੀ ਜਥੇ ਦੇ ਬਾਨੀ ਮਹਾਂਪੁਰਸ਼ ਹੋਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ। ਉਹ ਜਦੋਂ ਪੁਸਤਕਾਂ ਲਿਖਦੇ ਨੇ, ਚਾਹੇ ਉਹ ਜੇਲ੍ਹ ਚਿੱਠੀਆਂ ਲਿਖਦੇ ਨੇ, ਚਾਹੇ ਉਹ ਰੰਗਲੇ ਸੱਜਣ ਲਿਖਦੇ ਨੇ, ਉਹਨਾਂ ਪੁਸਤਕਾਂ ਦੇ ਵਿੱਚ ਜਦੋਂ ਲੇਖਣੀ ਲਿਖਦੇ ਆ ਭਾਈ ਰਣਧੀਰ ਸਿੰਘ ਜੀ ਦੀ ਲੇਖਣੀ ਵਿੱਚ ਇੱਕ ਬੜੀ ਵਿਸ਼ੇਸ਼ਤਾ ਹੈ। ਉਹ ਜ਼ਿਆਦਾ ਤੌਰ ਤੇ ਗੁਰਬਾਣੀ ਦੇ ਸ਼ਬਦਾਂ ਦੀ ਵਰਤੋਂ ਕਰਦੇ। ਅਸੀਂ ਆਮ ਕਰਕੇ ਲਿਖੀਏ ਤੇ ਕਹਿੰਦੇ ਆ ਫਲਾਣਾ ਬੰਦਾ ਫਿਰਦਾ ਹੈ, ਉਹ ਲਿਖ ਦਿੰਦੇ ਆ ਹੰਡਦਾ ਹੈ, ਤਾਂ ਜੋ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਜਿਹੜੇ ਨੇ ਉਹ ਨਾਲ ਨਾਲ ਸਾਡੇ ਹਿਰਦੇ 'ਚ ਸਪਸ਼ਟ ਹੁੰਦੇ ਚਲੇ ਜਾਣ। ਮਹਾਰਾਜ ਜੀ ਕਹਿੰਦੇ ਜਿਹੜਾ ਘਰ ਘਰ ਮੰਗਦਾ ਫਿਰਦਾ ਨਾ,
ਉਹਦਾ ਜੀਵਣਾ ਤ੍ਰਿਗ ਹੈ ਤੇ ਉਹਦਾ ਬਾਹਰਲਾ ਧਾਰਨ ਕੀਤਾ ਹੋਇਆ ਵੇਸ ਵੀ ਤ੍ਰਿਗ ਹੈ। 100 ਵੇਰੀ ਫਿਟੇ ਮੂੰਹ ਕਹੋ ਤੇ ਇੱਕ ਵੇਰੀ ਲਾਹਨਤ ਬਣਦੀ ਹੈ। 100 ਵੇਰੀ ਲਾਹਨਤ ਪਾਓ ਕਿਸੇ ਨੂੰ ਤੇ ਇੱਕ ਵੇਰੀ ਤ੍ਰਿਗ ਬਣਦਾ। ਇਹ ਪੈਮਾਨਾ ਹੈ ਤ੍ਰਿਗ ਨੂੰ ਮਾਪਣ ਦਾ। ਤ੍ਰਿਗ ਜੀਵਨ ਤ੍ਰਿਗ ਵੇਸ, ਕਹਿੰਦੇ ਉਹਨਾਂ ਦਾ ਜੀਵਣਾ ਵੀ ਤ੍ਰਿਗ ਹੈ, ਉਹਨਾਂ ਦਾ ਬਾਹਰਲਾ ਰੱਖਿਆ ਹੋਇਆ ਵੇਸ ਵੀ ਤ੍ਰਿਗ ਹੈ। ਜੀ ਆਸਾ ਅੰਦੀਸਾ ਤਜ ਰਹਿ, ਗੁਰਮੁਖ ਭਿਖਿਆ ਨਾਉ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਇਹ ਸਪਸ਼ਟ ਕੀਤਾ ਕਿ ਬਾਹਰਲਾ ਪਹਿਰਾਵਾ ਕੇਵਲ ਦਰਵੇਸ਼ ਨਹੀਂ, ਇਸ ਨੂੰ ਦਰਵੇਸ਼ੀ ਨਹੀਂ ਕਿਹਾ ਜਾ ਸਕਦਾ, ਤਾਂ ਫਿਰ ਸੇਵਕਾਂ ਨੇ ਪੁੱਛਿਆ, ਮਹਾਰਾਜ ਤੁਹਾਡੀ ਦ੍ਰਿਸ਼ਟੀ ਵਿੱਚ ਦਰਵੇਸ਼ ਕੌਣ ਹੈ? ਤੁਸੀਂ ਦਰਵੇਸ਼ ਕਿਸ ਨੂੰ ਮੰਨਦੇ ਹੋ? ਹੁਣ ਜੇ ਕੋਈ ਆਖੇ ਕਿ ਸਤਿਗੁਰਾਂ ਨੇ ਪਹਿਰਾਵੇ ਦਾ ਖੰਡਨ ਕੀਤਾ ਤੇ ਬਾਹਰਲਾ ਬਾਣਾ ਤਾਂ ਪਹਿਰਾਵਾ ਤਾਂ ਬਹੁਤ ਗੁਰਮੁਖ ਪਾਉਂਦੇ ਹੈ। ਖਾਲਸਾ ਜੀ, ਕੱਲਾ ਪਹਿਰਾਵਾ ਧਾਰਨ ਕਰਕੇ ਉੱਥੇ ਤੱਕ ਹੀ ਸੀਮਤ ਹੋ ਜਾਏ, ਅੱਗੇ ਨਾ ਟੁਰੇ, ਫਿਰ ਪਹਿਰਾਵੇ ਦਾ ਖੰਡਨ ਹੈ, ਕਿਉਂਕਿ ਫਿਰ ਉਹ ਭੇਖ ਬਣ ਜਾਂਦਾ ਹੈ। ਜਦੋਂ ਪਹਿਰਾਵਾ ਭੇਖ ਬਣ ਜਾਏ ਫਿਰ ਭੇਖ ਦਾ ਸਤਿਗੁਰੂ ਜੀ ਨੇ ਖੰਡਨ ਕੀਤਾ। ਜਿਸ ਲਈ ਉਹ ਭੇਖ ਧਾਰਨ ਕੀਤਾ ਉਹਦੇ ਨਾਲ ਜ਼ਿੰਮੇਵਾਰੀਆਂ ਕੀ ਨੇ? ਅਸੀਂ ਬਾਣਾ ਧਾਰਨ ਕਰਦੇ ਹਾਂ, ਅਸੀਂ ਗਾਤਰੇ ਕਕਾਰ ਧਾਰਨ ਕਰਦੇ ਹਾਂ, ਸਾਡਾ ਵੀ ਇਹ ਬਾਹਰਲਾ ਪਹਿਰਾਵਾ ਹੈ ਨਾ। ਇਹਦੇ ਨਾਲ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ, ਸਾਡੀਆਂ ਡਿਊਟੀਆਂ ਕੀ ਨੇ? ਗੁਰੂ ਸਾਹਿਬ ਜੀ ਨੇ ਸਾਨੂੰ ਕਿਸ ਪਾਸੇ ਪ੍ਰੇਰਨਾ ਕਰਕੇ ਜੋੜਿਆ ਜੋ ਅਸੀਂ ਨਾ ਸਮਝੀਏ। ਕੇਵਲ ਮੈਂ ਉੱਤੋਂ ਦੀ ਕਿਰਪਾਨ ਪਾ ਕੇ ਬਾਹਰਲਾ ਪਹਿਰਾਵਾ ਧਾਰਨ ਕਰਕੇ ਸਮਾਜ ਵਿੱਚ ਆਪਣੇ ਆਪ ਨੂੰ ਪ੍ਰਤਿਸ਼ਠਿਤ ਬਣਾਉਂਦਾ ਫਿਰਾਂ, ਫਿਰ ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਵਿੱਚ ਖੋਟਾ ਹੀ ਰਹਾਂਗਾ, ਖਰਾ ਨਹੀਂ ਹੋ ਸਕਦਾ। ਜੇ ਕਕਾਰਾਂ ਦੀ ਮਰਿਆਦਾ ਨਾਲ, ਬਾਣੇ ਦੀ ਮਰਿਆਦਾ ਨਾਲ, ਬਾਣੀ ਨਾਲ ਜੁੜੇ ਹੋਏ ਹਾਂ, ਜੇ ਸਾਡਾ ਜੀਵਨ ਗੁਰਬਾਣੀ ਦੇ ਆਸ਼ੇ ਮੁਤਾਬਕ ਬਤੀਤ ਹੋ ਰਿਹਾ ਹੈ, ਫਿਰ ਉਹੀ ਬਾਣੀ ਤੇ ਬਾਣਾ ਦੋਵੇਂ ਪੰਖ ਸਮਾਨ ਬਣ ਜਾਂਦੇ ਆ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਤੇ ਜੇ ਕੇਵਲ ਭੇਖ ਹੈ, ਵਿਖਾਵਾ ਹੀ ਹੈ, ਵੀ ਲੋਕਾਂ ਨੂੰ ਵਿਖਾਉਣਾ ਵੀ ਫਲਾਣਾ ਬੜਾ ਗੁਰਸਿੱਖ ਹੈ, ਫਿਰ ਖਾਲਸਾ ਜੀ ਉਸ ਭੇਖ ਦਾ ਗੁਰੂ ਸਾਹਿਬ ਨੇ ਖੰਡਨ ਕੀਤਾ ਹੋਇਆ। ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਜੀ ਤੁਹਾਡੀ ਦ੍ਰਿਸ਼ਟੀ ਦੇ ਵਿੱਚ ਦਰਵੇਸ਼ ਕੌਣ ਹੈ? ਤਾਂ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਆਸਾ ਤੇ ਅੰਦੇਸੇ ਦੀ ਬਿਰਤੀ ਛੱਡ ਦਿੱਤੀ ਹੈ। ਆਸਾ, ਦਰਵੇਸ਼ ਕਿਸੇ ਦੀ ਆਸ ਨਹੀਂ ਰੱਖਦਾ। ਜਿਹੜਾ ਦਰ ਦਰ ਤੇ ਜਾ ਕੇ ਲੋਕਾਂ ਦੇ ਘਰ ਤੇ, ਲੋਕਾਂ ਤੇ, ਬੰਦਿਆਂ ਤੇ ਆਸ ਰੱਖਦਾ, ਫਿਰ ਉਹ ਕਿਵੇਂ ਦਰਵੇਸ਼ ਹੋ ਸਕਦਾ? ਦਰਵੇਸ਼ ਤਾਂ ਉਹ ਹੈ ਜਿਹੜਾ ਪਰਮੇਸ਼ਰ ਤੇ ਆਸ ਰੱਖਦਾ। ਤਦੇ ਮਹਾਰਾਜ ਜੀ ਨੇ ਦਰਵੇਸ਼ਾਂ ਨੂੰ ਪੰਛੀ ਦੀ ਤਸਬੀਹ ਦਿੱਤੀ ਹੈ ਕਿ ਉਹ ਪੰਛੀਆਂ ਤੋਂ ਬਲਿਹਾਰ ਜਾਈਏ, ਜਿਹੜੇ ਰੱਬ ਦੀ ਆਸ ਰੱਖਦੇ ਆ, ਬੰਦਿਆਂ ਦੀ ਆਸ ਨਹੀਂ ਰੱਖਦੇ। ਜਿਹੜੇ ਬੰਦਿਆਂ ਦੀ ਆਸ ਰੱਖਣ ਉਹ ਦਰਵੇਸ਼ ਨਹੀਂ ਹੋ ਸਕਦੇ। ਪਰ ਸੰਸਾਰ ਦੇ ਵਿੱਚ ਬੰਦਿਆਂ ਦੀ ਆਸ ਰੱਖਣ ਵਾਲੇ ਬਹੁਤੇ ਮਿਲਦੇ ਐ। ਮਹਾਰਾਜ ਜੀ ਕਹਿੰਦੇ ਆ, ਜਿਹੜੇ ਬੰਦਿਆਂ ਦੀਆਂ ਆਸਾਂ ਲਾਹ ਦਿੰਦੇ ਆ ਆਪਣੇ ਹਿਰਦੇ ਚੋਂ, ਅੰਦੇਸਾ ਕਹਿੰਦੇ ਆ ਡਰ ਨੂੰ, ਅੰਦੇਸਾ ਕਹਿੰਦੇ ਆ ਸਹਿਮ ਨੂੰ, ਅੰਦੇਸਾ ਕਹਿੰਦੇ ਆ ਕਈ ਪ੍ਰਕਾਰ ਦੇ ਫਿਕਰਾਂ ਨੂੰ। ਜਿਹੜਾ ਆਪਣੇ ਹਿਰਦੇ ਚੋਂ ਅੰਦੇਸਾ ਛੱਡ ਦਿੰਦਾ ਹੈ, ਸ਼ੰਕਾ ਤਿਆਗ ਦਿੰਦਾ ਹੈ, ਫਿਰ ਗੁਰੂ ਦੇ ਮੁਖ ਦੁਆਰਾ ਨਾਮ ਦੀ ਭਿਖਿਆ ਲੈਂਦਾ, ਉਹ ਦਰਵੇਸ਼ ਹੈ। ਜਿਹੜਾ ਦਰ ਦਰ ਤੇ ਜਾ ਕੇ ਭਿਕਸ਼ਾ ਲਵੇ ਤੇ ਕਹੇ ਜੀ ਮੈਂ ਭਿਕਸ਼ਾ ਲੈਣਾ ਤਾਂ ਦਰਵੇਸ਼ ਹਾਂ, ਮਹਾਰਾਜ ਜੀ ਕਹਿੰਦੇ ਸਾਡੀ ਦ੍ਰਿਸ਼ਟੀ ਵਿੱਚ ਉਹ ਦਰਵੇਸ਼ ਹੈ ਜਿਹੜਾ ਗੁਰੂ ਦੇ ਮੁਖ ਦੁਆਰਾ ਨਾਮ ਦੀ ਭਿਖਿਆ ਲੈਂਦਾ ਹੈ। ਸਤਿਗੁਰਾਂ ਦੀ ਸ਼ਰਨ ਚ ਆ ਕੇ ਬੇਨਤੀ ਕਰੇ, ਮਹਾਰਾਜ ਜੀ ਕਿਰਪਾ ਕਰੋ, ਅਸੀਂ ਤੁਹਾਡੇ ਦਰ ਦੇ ਜਾਚਕ ਹਾਂ, ਮੰਗਤੇ ਹਾਂ, ਦਇਆ ਕਰਕੇ ਸਾਨੂੰ ਆਪਣੀ ਨਾਮ ਦੀ ਭਿਕਸ਼ਾ ਪਾਓ। ਜਿਹੜਾ ਨਾਮ ਦੀ ਭਿਖਿਆ ਗੁਰੂ ਦੇ ਮੁਖ ਦੁਆਰਾ ਲੈਂਦਾ ਹੈ, ਉਹ ਦਰਵੇਸ਼ ਹੈ। ਤਿਸ ਕੇ ਚਰਨ ਪਖਾਲੀ ਹੈ, ਨਾਨਕ ਹੋਂ ਬਲਿਹਾਰੈ ਜਾਓ। ਜਿਹੜਾ ਨਾਮ ਦੀ ਭਿਖਿਆ ਲੈਂਦਾ ਤੇ ਆਸਾ ਅੰਦੇਸਾ ਆਪਣੇ ਹਿਰਦੇ ਚੋਂ ਤਜ ਦਿੰਦਾ, ਇਹੋ ਜਿਹੇ ਜਿਹੜੇ ਦਰਵੇਸ਼ ਨੇ, ਰੱਬ ਦੇ ਪਿਆਰੇ ਨੇ, ਮਹਾਰਾਜ ਜੀ ਕਹਿੰਦੇ ਮੈਂ ਤਿਨਾਂ ਦੇ ਚਰਨਾਂ ਨੂੰ ਪਖਾਲਦਾ ਹਾਂ, ਧੋਂਦਾ ਹਾਂ, ਤਿਨਾਂ ਦੇ ਚਰਨਾਂ ਨੂੰ ਮਨਾਉਂਦਾ ਹਾਂ।
ਤਿਨਾਂ ਦੇ ਚਰਨਾਂ ਨੂੰ ਸਪਰਸ਼ ਕਰਦਾ ਹਾਂ। ਔਰ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਉਹਨਾਂ ਤੋਂ ਵਾਰੇ-ਵਾਰੇ ਜਾਂਦਾ ਹਾਂ ਜਿਹੜੇ ਐਸੇ ਦਰਵੇਸ਼ ਹਨ। ਮਹਲਾ ਤੀਜਾ। ਨਾਨਕ ਤਰਵਰ ਏਕ ਫਲ, ਦੁਇ ਪੰਖੇਰੂ ਆਹੇ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਦਰਖਤ ਇੱਕ ਹੈ, ਉਹਨੂੰ ਫਲ ਦੋ ਲੱਗੇ ਹੋਏ ਹੈ। ਸਰੀਰ ਰੂਪੀ ਦਰਖਤ ਇੱਕ ਹੈ, ਇਸ ਇੱਕ ਦਰਖਤ ਨੂੰ ਦੋ ਫਲ ਲੱਗੇ ਨੇ। ਇੱਕ ਹੈ ਸੁੱਖ ਦਾ, ਦੂਜਾ ਹੈ ਦੁੱਖ ਦਾ। ਦੋ ਫਲ ਹੋ ਗਏ ਨਾ। ਇਹ ਦੋ ਫਲ ਹੀ ਨੇ, ਸੁੱਖ ਤੇ ਦੁੱਖ। ਸਦਾ ਵੀ ਇੱਕੋ ਜਿਹੇ ਤਾਂ ਨਹੀਂ ਰਹਿੰਦਾ ਸਦਾ ਕੁਝ। ਕਦੇ ਸੁੱਖ ਹੈ, ਕਦੇ ਦੁੱਖ ਹੈ, ਕਦੇ ਸੁੱਖ ਹੈ। ਇਹ ਤਬਦੀਲ ਹੁੰਦੇ ਰਹਿੰਦੇ ਆ। ਦੋਏ ਪੰਖੇਰੂ ਆਹੇ, ਜਿਹੜਾ ਦੋਏ ਸ਼ਬਦ ਹੈ ਮਹਾਂਪੁਰਸ਼ਾਂ ਨੇ ਇਹਨੂੰ ਦੋਵੇਂ ਪਾਸੇ ਜੋੜ ਲਿਆ। ਇਹਨੂੰ ਦੇਲੀ ਦੀਪਕ ਨਿਆਇ ਕਹਿੰਦੇ ਆ। ਵਿਸ਼ਰਾਮ ਫਲ ਤੇ ਹੀ ਲੱਗੇਗਾ। ਨਾਨਕ ਤਰਵਰ ਏਕ ਫਲ, ਪਰ ਜਿਹੜਾ ਦੋਏ ਸ਼ਬਦ ਹੈ ਇਹ ਪਹਿਲਾਂ ਫਲ ਨਾਲ ਵੀ ਜੋੜ ਦਿੰਦੇ ਆ ਮਹਾਂਪੁਰਸ਼ ਅਰਥ ਕਰਨ ਵੇਲੇ, ਤੇ ਅੱਗੇ ਪੰਖੇਰੂ ਨਾਲ ਵੀ ਜੋੜ ਦਿੰਦੇ ਆ। ਕਹਿੰਦੇ ਦੋ ਹੀ ਪੰਖੇਰੂ ਨੇ। ਇੱਕ ਦਰਖਤ ਹੈ ਸਰੀਰ, ਦੋ ਫਲ ਲੱਗੇ ਹੋਏ ਨੇ ਸੁੱਖ ਤੇ ਦੁੱਖ ਦੇ। ਦੋ ਪੰਛੀ ਨੇ ਇਹਦੇ ਅੰਦਰ ਵਿੱਚ ਆਏ, ਪੰਖੇਰੂ ਕਹਿੰਦੇ ਨੇ ਪੰਛੀਆਂ ਨੂੰ। ਦੋ ਪੰਛੀ ਕਿਹੜੇ ਆ ਭਲਾ? ਇੱਕ ਹੈ ਕੁਟਸਥ ਬ੍ਰਹਮ, ਜਿਹੜਾ ਅਹਿਲ ਹੈ, ਕਿਸੇ ਪ੍ਰਕਾਰ ਦੀ ਕੋਈ ਕਿਰਿਆ ਨਹੀਂ ਕਰਦਾ। ਕੁਟਸਥ ਦਾ ਮਤਲਬ ਹੁੰਦਾ ਜਿਵੇਂ ਲੋਹਾਰ ਦੀ ਦੁਕਾਨ ਤੇ ਐਰਨ ਪਈ ਹੁੰਦੀ ਹੈ ਨਾ ਲੋਹੇ ਦੀ, ਉਹਦੇ ਤੇ ਬੜੇ ਹਥੋੜੇ ਵੱਜਦੇ ਆ, ਉਹ ਟਿਕ ਕੇ ਪਈ ਹੋਈ ਆ, ਉਹ ਕੁਝ ਨਹੀਂ ਹਿੱਲਦੀ ਜੁਲਦੀ ਨਹੀਂ, ਅਡੋਲ ਹੈ। ਕੁਟਸਥ ਬ੍ਰਹਮ ਰੂਪੀ ਪੰਛੀ, ਉਹ ਵੀ ਇਸੇ ਸਰੀਰ ਦੇ ਵਿੱਚ ਹੈ, ਇਸੇ ਸਰੀਰ ਰੂਪੀ ਦਰਖਤ ਦੇ ਉੱਤੇ ਹੈ। ਦੂਸਰਾ ਉਸ ਕੁਟਸਥ ਦਾ ਜਿਹੜਾ ਚਿਦਾਭਾਸ ਹੈ, ਚਿਦਾਭਾਸ ਜਿਹੜਾ ਕਿਰਿਆ ਕਰਦਾ, ਯਾਨੀ ਕਿ ਉਸ ਕੁਟਸਥ ਦਾ ਜਿਹੜਾ ਅਕਸ਼ ਸਾਡੇ ਅੰਤਸ਼ਕਰਨ ਵਿੱਚ ਪੈਂਦਾ। ਜਿਵੇਂ ਸੂਰਜ ਦੀ ਰੌਸ਼ਨੀ ਸ਼ੀਸ਼ੇ 'ਚ ਪੈ ਕੇ ਰਿਫਲੈਕਟ ਪੈਦਾ ਕਰਦੀ ਹੈ ਨਾ, ਪ੍ਰਤੀਬਿੰਬ ਪੈਦਾ ਕਰਦੀ ਹੈ, ਉਹ ਸ਼ੀਸ਼ੇ ਵਿੱਚ ਜਿਹੜਾ ਪ੍ਰਤੀਬਿੰਬ ਪੈਦਾ ਹੁੰਦਾ ਉਹਨੂੰ ਕਹਿੰਦੇ ਨੇ ਚਿਦਾਭਾਸ। ਉਸ ਕੁਟਸਥ ਬ੍ਰਹਮ ਦਾ ਪ੍ਰਤੀਬਿੰਬ ਜਦੋਂ ਸਾਡੇ ਅੰਤःਕਰਨ ਰੂਪੀ ਸ਼ੀਸ਼ੇ ਤੇ ਪਿਆ, ਉਹਦੇ ਵਿੱਚ ਜਿਹੜਾ ਪ੍ਰਤੀਬਿੰਬ ਪੈਦਾ ਹੋਇਆ, ਰਿਫਲੈਕਟ ਪੈਦਾ ਹੋਇਆ, ਉਹ ਕਿਰਿਆ ਕਰਦਾ, ਉਹਨੂੰ ਕਹਿੰਦੇ ਨੇ ਚਿਦਾਭਾਸ। ਉਹ ਹੈ ਦੂਸਰਾ ਪੰਛੀ। ਜਿਹੜਾ ਉਹ ਚਿਦਾਭਾਸ ਰੂਪੀ ਪੰਛੀ ਹੈ ਨਾ, ਉਹ ਸੁੱਖ ਤੇ ਦੁੱਖ ਦੋਨਾਂ ਨੂੰ ਅਨੁਭਵ ਕਰਦਾ। ਜਿਹੜਾ ਉਹ ਚਿਦਾਭਾਸ ਰੂਪੀ ਪੰਛੀ ਹੈ, ਉਹ ਸੁੱਖ ਤੇ ਦੁੱਖ ਦੋਨਾਂ ਨੂੰ ਅਨੁਭਵ ਕਰਦਾ। ਜਿਹੜਾ ਕੁਟਸਥ ਬ੍ਰਹਮ ਹੈ, ਉਹਦੇ ਵਾਸਤੇ ਨਾ ਸੁੱਖ ਹੈ ਤੇ ਨਾ ਦੁੱਖ ਹੈ, ਉਹਨੂੰ ਕਹਿੰਦੇ ਨੇ ਬ੍ਰਹਮਾਕਾਰ ਬਿਰਤੀ। ਇਹ ਗੱਲ ਨੂੰ ਥੋੜਾ ਜਿਹਾ ਸੂਖਮ ਤੇ ਬਰੀਕੀ ਨਾਲ ਸਮਝਿਓ। ਚਿਦਾਭਾਸ ਜੋ ਕਿਰਿਆ ਕਰਦਾ, ਕਿਉਂਕਿ ਬ੍ਰਹਮ ਨਿਰਾਕਾਰ ਹੈ, ਉਹ ਕੁਝ ਨਹੀਂ ਕਰ ਸਕਦਾ, ਉਹਦੇ ਅੰਗ ਹੀ ਨਹੀਂ ਹਨ, ਪਰ ਕੁਝ ਕਰਨ ਵਾਸਤੇ ਰੋਸ਼ਨੀ ਸਾਡੇ ਤੇ ਸਿੱਧੀ ਪੈ ਰਹੀ ਹੈ, ਸਾਨੂੰ ਸਾੜ ਤਾਂ ਨਹੀਂ ਰਹੀ, ਪਰ ਇੱਕ ਸ਼ੀਸ਼ਾ ਹੁੰਦਾ। ਉਸੇ ਸ਼ੀਸ਼ੇ ਵਿੱਚੋਂ ਜਦੋਂ ਸੂਰਜ ਦੀ ਰੋਸ਼ਨੀ ਨਿਕਲ ਕੇ ਕਾਗਜ਼ ਤੇ ਪਵੇ, ਕੱਪੜੇ ਤੇ ਪਵੇ, ਉਹਨੂੰ ਸਾੜ ਦਿੰਦੀ ਹੈ ਨਾ, ਜਿਹਨੂੰ ਆਪਾਂ ਲੈਂਜ ਕਹਿੰਦੇ ਆ, ਦੂਰੋਂ ਵੇਖਣ ਵਾਲਾ। ਉਹਦੇ ਵਿੱਚ ਜਦੋਂ ਸੂਰਜ ਦੀ ਕਿਰਨ ਪੈ ਕੇ ਕੱਪੜੇ ਤੇ ਪਏਗੀ, ਫੇਰ ਉਹ ਕੱਪੜੇ ਨੂੰ ਵੀ ਸਾੜ ਦਿੰਦੀ, ਅੱਗ ਪੈਦਾ ਕਰ ਦਿੰਦੀ ਹੈ, ਕਾਗਜ਼ ਨੂੰ ਸਾੜ ਦਿੰਦੀ ਹੈ। ਉਦਾਂ ਉਹ ਲੈਂਜ ਪਾਸੇ ਕਰ ਦਿਓ, ਫਿਰ ਸੂਰਜ ਉਹ ਕੱਪੜੇ ਨੂੰ ਨਹੀਂ ਜਲਾ ਰਿਹਾ। ਇਸੇ ਤਰ੍ਹਾਂ ਜਿਹੜਾ ਬ੍ਰਹਮ ਹੈ, ਉਹ ਇਸ ਤਰ੍ਹਾਂ ਸਮਝ ਲਓ, ਸਮਝਣ ਲਈ ਵੀ ਉਹ ਕੁਟਸਥ ਸੂਰਜ ਹੈ, ਉਹਦਾ ਰਿਫਲੈਕਟ ਸਾਡਾ ਜਿਹੜਾ ਅੰਤਸ਼ਕਰਨ ਹੈ, ਜਿਹਨੂੰ ਆਪਾਂ ਮਨ ਤੇ ਬੁੱਧੀ ਕਹਿੰਦੇ ਆ, ਮਨ ਤੇ ਬੁੱਧੀ ਰੂਪੀ ਸ਼ੀਸ਼ੇ ਦੇ ਵਿੱਚੋਂ ਜਦੋਂ ਉਹਦੀ ਪ੍ਰਤੀਬਿੰਬ ਨਿਕਲਦਾ, ਉਹ ਜਿਹੜੀ ਰੋਸ਼ਨੀ ਨਿਕਲਦੀ ਆ, ਉਹਨੂੰ ਕਹਿੰਦੇ ਨੇ ਚਿਦਾਭਾਸ। ਉਹ ਬਾਹਰ ਸੰਸਾਰ ਦੇ ਵਿੱਚ ਵਰਤ ਕੇ ਕਿਰਿਆ ਕਰਦੀ ਆ, ਉਹ ਸੁੱਖ ਤੇ ਦੁੱਖ ਨੂੰ ਵੀ ਅਨੁਭਵ ਕਰਦੀ ਆ, ਉਹੀ ਬਿਰਤੀ, ਉਹਨੂੰ ਕਹਿੰਦੇ ਨੇ ਚਿਦਾਭਾਸ। ਚਿਦਾਭਾਸ ਰੂਪੀ ਪੰਛੀ ਔਰ ਕੁਟਸਥ ਰੂਪੀ ਬ੍ਰਹਮ, ਇਹ ਦੋ ਪੰਛੀ ਮਹਾਰਾਜ ਜੀ ਕਹਿੰਦੇ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਇਸੇ ਸਰੀਰ ਰੂਪੀ ਦਰਖਤ ਦੇ ਅੰਦਰ ਵਸਦੇ ਹੈ। ਜਿਵੇਂ ਦਰਖਤ ਦੇ ਉੱਤੇ ਪੰਛੀ ਵਸਦੇ ਹੈ, ਇਸ ਸਰੀਰ ਰੂਪੀ ਦਰਖਤ ਵਿੱਚ ਵੀ ਇਹ ਦੋ ਪੰਛੀ ਵਸਦੇ ਆ। ਦੂਸਰਾ ਅਰਥ ਮਹਾਂਪੁਰਸ਼ਾਂ ਨੇ ਜਿਹੜਾ ਬੜਾ ਸਰਲ ਜਿਹੇ ਢੰਗ ਨਾਲ ਕੀਤਾ, ਉਹ ਵੀ ਆਪ ਜੀ ਸਰਵਣ ਕਰ ਲਓ।
ਨਾਨਕ ਤਰਵਰ ਏਕ ਫਲ। ਕਹਿੰਦੇ ਜਿਹੜਾ ਸੰਸਾਰ ਹੈ ਇਹ ਇੱਕ ਦਰਖਤ ਹੈ। ਇਸ ਦਰਖਤ ਨੂੰ ਇੱਕ ਫਲ ਲੱਗਾ ਹੋਇਆ ਮਾਇਆ ਦਾ, ਇੱਕ ਫਲ ਲੱਗਾ ਹੋਇਆ ਮਾਇਆ ਦਾ। ਮਾਇਆ ਰੂਪੀ ਫਲ ਨੂੰ ਜਾਣਨੇ ਵਾਸਤੇ ਦੋ ਪੰਛੀ ਆਏ ਨੇ। ਇੱਕ ਪੰਛੀ ਹੈ ਗੁਰਮੁਖ ਤੇ ਦੂਜੇ ਨੇ ਮਨਮੁਖ। ਗੁਰਮੁਖ ਰੂਪੀ ਤੇ ਮਨਮੁਖ ਰੂਪੀ ਦੋ ਪੰਛੀ ਇਹ ਸੰਸਾਰ ਰੂਪੀ ਦਰਖਤ ਵਿੱਚ ਆਏ ਹਨ। ਆਵਤ ਜਾਤ ਨਾ ਦੀਸਹੀ ਨਾ ਪਰ ਪੰਖੀ ਤਾਹੇ। ਕਹਿੰਦੇ ਉਹ ਜਿਹੜੇ ਗੁਰਮੁਖ ਤੇ ਮਨਮੁਖ ਰੂਪੀ ਪੰਛੀ ਆਏ ਨੇ ਉਹ ਕਿੱਥੋਂ ਆਏ ਨੇ, ਨਾ ਤਾਂ ਆਉਂਦਿਆਂ ਦਾ ਪਤਾ ਲੱਗਦਾ, ਕਿੱਥੇ ਚਲੇ ਜਾਂਦੇ ਨੇ ਨਾ ਜਾਂਦਿਆਂ ਦਾ ਪਤਾ ਲੱਗਦਾ, ਵੀ ਉਹਨਾਂ ਦੇ ਖੰਭ ਨਹੀਂ ਦਿਸਦੇ। ਕਿੱਥੋਂ ਆਇਆ ਹੈ ਇਹ ਜੀਵ, ਕਿੱਥੇ ਚਲਿਆ ਜਾਂਦਾ ਹੈ, ਉਸ ਖੇਡ ਨੂੰ ਕੋਈ ਨਹੀਂ ਜਾਣਦਾ। ਏਦਾਂ ਵੀ ਅਰਥ ਕਰਦੇ ਆ ਮਹਾਂਪੁਰਸ਼। ਔਰ ਖਾਲਸਾ ਜੀ ਇੱਥੇ ਦੂਸਰਾ ਅਰਥ ਇਸ ਤਰ੍ਹਾਂ ਵੀ ਹੈ ਕਿ ਜਿਹੜਾ ਉਹ ਕੁਟਸਥ ਬ੍ਰਹਮ ਹੈ ਨਾ, ਉਹਨੂੰ ਕੋਈ ਖੰਭ ਨਹੀਂ ਲੱਗੇ ਹੋਏ ਕਿ ਕੱਲ ਨੂੰ ਕੋਈ ਇਹ ਸਮਝੇ ਵੀ ਪੰਛੀ ਦੀ ਤਸਬੀਹ ਦਿੱਤੀ ਹੈ ਤੇ ਉਹਨੂੰ ਖੰਭ ਲੱਗੇ ਹੋਣੇ ਨੇ ਪੰਛੀਆਂ ਵਾਂਗੂ। ਕਹਿੰਦੇ ਉਸ ਬ੍ਰਹਮ ਨੂੰ ਕੋਈ ਪੰਛੀਆਂ ਵਾਂਗੂ ਖੰਭ ਨਹੀਂ ਲੱਗੇ ਹੋਏ। ਉਹ ਨਾ ਆਉਂਦਾ ਦਿਸਦਾ ਹੈ ਨਾ ਜਾਂਦਾ ਦਿਸਦਾ ਹੈ। ਸਾਇੰਸ ਕਿੰਨੀ ਤਰੱਕੀ ਕਰ ਗਈ ਹੈ। ਇਸ ਸਰੀਰ ਦੇ ਵਿੱਚ ਉਹ ਚੇਤਨਾ ਮਾਤਾ ਦੇ ਉਦਰ ਵਿੱਚ ਕਿਸ ਵੇਲੇ ਪ੍ਰਵੇਸ਼ ਕਰਦੀ ਹੈ ਸਰੀਰ ਵਿੱਚ, ਬਾਲਕ ਵਿੱਚ, ਇਹਦੇ ਬਾਰੇ ਕੋਈ ਸਾਇੰਸ ਨਹੀਂ ਜਾਣਦੀ। ਔਰ ਉਹ ਚੇਤਨਾ ਜਦੋਂ ਕਿਸੇ ਸਰੀਰ ਵਿੱਚੋਂ ਨਿਕਲਦੀ ਹੈ, ਕਿਸ ਸਕਿੰਟ ਵਿੱਚ ਕਿਸ ਮਿੰਟ ਵਿੱਚ ਨਿਕਲੀ ਹੈ ਇਹ ਵੀ ਨਹੀਂ ਦੱਸਿਆ ਜਾ ਸਕਦਾ। ਨਾ ਉਸ ਚੇਤਨਾ ਦੇ ਜਾਂਦਿਆਂ ਦਾ ਪਤਾ ਲੱਗਦਾ, ਨਾ ਉਸ ਚੇਤਨਾ ਦੇ ਆਉਂਦਿਆਂ ਦਾ ਪਤਾ ਲੱਗਦਾ। ਆਵਤ ਜਾਤ ਨਾ ਦਿਸਹੀ ਨਾ ਪਰ ਪੰਖੀ ਤਾਹੇ। ਉਸੇ ਪੰਛੀ ਦੇ ਕੋਈ ਖੰਭ ਨਹੀਂ ਹਨ। ਇਸ ਕਰਕੇ ਉਹ ਚੇਤਨਾ ਨਾ ਆਉਂਦੀ ਦਿਸਦੀ ਹੈ ਨਾ ਜਾਂਦੀ ਦਿਸਦੀ ਹੈ। ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ। ਇਸ ਸੰਸਾਰ ਰੂਪੀ ਦਰਖਤ ਦੇ ਉੱਤੇ ਜਿਹੜੇ ਤਾਂ ਮਨਮੁਖ ਨੇ ਉਹ ਬਹੁ ਰੰਗਾਂ ਤੇ ਤਮਾਸ਼ਿਆਂ ਵਿੱਚ ਰਸਾਂ ਨੂੰ ਭੋਗਦੇ ਆ ਆਪਣੀ ਜ਼ਿੰਦਗੀ ਬਸਰ ਕਰ ਦਿੰਦੇ ਆ। ਬਹੁ ਰੰਗੀ ਰਸ ਭੋਗਿਆ, ਉਹ ਆਪਣੇ ਬਹੁ ਰੰਗਾਂ ਤੇ ਰਸਾਂ ਨੂੰ ਭੋਗਦੇ ਆ ਆਪਣਾ ਜੀਵਨ ਬਸਰ ਕਰ ਦਿੰਦੇ ਆ। ਦੂਸਰੇ ਗੁਰਮੁਖ ਨੇ ਸ਼ਬਦ ਰਹਿ ਨਿਰਵਾਣ। ਉਹ ਸਤਿਗੁਰਾਂ ਦੇ ਸ਼ਬਦ ਵਿੱਚ ਬ੍ਰਹਮ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਨਿਰਵਾਣ ਹੋ ਕੇ ਰਹਿੰਦੇ ਨੇ। ਨਿਰਵਾਣ ਦਾ ਮਤਲਬ ਹੁੰਦਾ ਨਿਰਚਾਹ ਹੋ ਕੇ, ਨਿਰਖਵਾਹਿਸ਼ ਹੋ ਕੇ। ਜਦੋਂ ਉਹਨਾਂ ਦੇ ਹਿਰਦੇ 'ਚ ਕੋਈ ਖਵਾਹਿਸ਼ ਨਹੀਂ ਰਹਿ ਜਾਂਦੀ, ਐਸੀ ਅਵਸਥਾ ਦੇ ਵਿੱਚ ਉਹ ਮਹਾਂਪੁਰਸ਼ ਸੰਸਾਰ ਦੇ ਵਿੱਚ ਵਿਚਰਦੇ ਹਨ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ 6 ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ। ਮਹਾਰਾਜ ਜੀ ਤੁੱਠੇ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਮੰਗੋ, ਆਪ ਜੀ ਦੀ ਕੀ ਇੱਛਾ ਹੈ? ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਕੋਈ ਕਾਂਖਾ ਨਹੀਂ ਹੈ, ਕੋਈ ਇੱਛਾ ਨਹੀਂ ਹੈ। ਇਹਨੂੰ ਕਹਿੰਦੇ ਨੇ ਨਿਰਵਾਣ ਪਦਵੀ, ਜਿੱਥੇ ਜਾ ਕੇ ਕਿਸੇ ਪ੍ਰਕਾਰ ਦੀ ਕੋਈ ਖਵਾਹਿਸ਼ ਨਾ ਰਹਿ ਜਾਏ। ਫਿਰ ਇੱਕ ਦਿਨ ਐਸਾ ਵੀ ਆਇਆ ਜਿਸ ਦਿਨ ਬਾਬਾ ਬੁੱਢਾ ਸਾਹਿਬ ਜੀ ਨੇ ਮਹਾਰਾਜ ਜੀ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਗਰੀਬ ਨਵਾਜ ਅੱਜ ਮੈਂ ਤੁਹਾਡੇ ਕੋਲੋਂ ਕੁਝ ਮੰਗਣ ਆਇਆ। ਤੇ 6ਵੇਂ ਪਾਤਸ਼ਾਹ ਗੱਦੀ ਤੋਂ ਉੱਠ ਕੇ ਖਲੋ ਗਏ ਸਨ। ਆਖਿਆ, ਬਾਬਾ ਜੀ ਆਪ ਜੀ ਜੋ ਕਹੋਗੇ ਆਪਣੀ ਰਸਨਾ ਤੋਂ ਮੇਰੇ ਲਈ ਉਹਨੂੰ ਦੇਣ ਵਾਸਤੇ ਕੁਝ ਵੀ ਅਦੇ ਨਹੀਂ ਜੋ ਨਾ ਦੇ ਸਕਾਂ। ਤੇ ਬਾਬਾ ਜੀ ਨੇ ਬੇਨਤੀ ਕੀਤੀ ਸੀ, ਸਾਹਿਬ ਕਿਰਪਾ ਕਰਿਓ, ਜਿਸ ਦਿਨ ਮੇਰੇ ਅੰਤਲੇ ਸਵਾਸ ਹੋਣ ਮੈਂ ਇਹ ਸਰੀਰ ਤਿਆਗਾਂ, 6ਵੇਂ ਪਾਤਸ਼ਾਹ ਕਿਰਪਾ ਕਰਿਓ ਉਸ ਦਿਨ ਤੁਹਾਡੇ ਦਰਸ਼ਨ ਕਰਦਿਆਂ, ਤੁਹਾਡੇ ਦੀਦਾਰ ਕਰਦਿਆਂ, ਮੈਂ ਤੁਹਾਡੇ ਦਰਸ਼ਨ ਕਰਦਿਆਂ ਸਰੀਰ ਤਿਆਗਾਂ। ਇਹ ਕਾਂਖਾ ਹੈ। ਸਮਾਂ ਆਇਆ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੋਵੇਗਾ। ਰਮਦਾਸ ਨਗਰ ਬਾਬਾ ਬੁੱਢਾ ਸਾਹਿਬ ਜੀ ਬਿਰਾਜਮਾਨ ਹਨ। ਦਿਨ ਆਇਆ ਸਰੀਰ ਤਿਆਗਣ ਦਾ।
ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਿਆਰਾ ਕੀਤਾ। ਝੱਟ ਰਮਦਾਸ ਪਹੁੰਚ ਗਏ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਸੇ ਨੇ ਜਾ ਕੇ ਖਬਰ ਦਿੱਤੀ, ਛੇਵੇਂ ਪਾਤਸ਼ਾਹ ਆ ਗਏ ਨੇ। ਸਰੀਰ ਬਹੁਤ ਬਿਰਧ ਹੋ ਚੁੱਕਾ ਸੀ। ਸਹਿਜੇ ਸਹਿਜੇ ਆਪਣੇ ਮੰਜੇ ਤੋਂ ਉੱਠ ਕੇ ਬਾਹਰ ਵਿਹੜੇ ਵੱਲ ਆਏ ਨੇ। ਉਧਰੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਘਰ ਵਿੱਚ ਆ ਗਏ। ਵਿਚਕਾਰ ਵਿਹੜੇ ਦੇ ਘਰ ਦੇ ਨਿਵਾਸ ਮੇਲ ਹੋਇਆ। ਬਾਬਾ ਜੀ ਸਤਿਗੁਰਾਂ ਨੂੰ ਨਮਸਕਾਰ ਕਰਨ ਲੱਗੇ, ਕਿਉਂਕਿ ਛੇਵੇਂ ਪਾਤਸ਼ਾਹ ਬਾਬਾ ਜੀ ਨੂੰ ਨਮਸਕਾਰ ਕਰਿਆ ਕਰਦੇ ਸਨ। ਅੱਜ ਬਾਬਾ ਬੁੱਢਾ ਸਾਹਿਬ ਜੀ ਨਮਸਕਾਰ ਕਰਦੇ, ਛੇਵੇਂ ਪਾਤਸ਼ਾਹ ਰੋਕਦੇ ਐ। ਬਾਬਾ ਜੀ ਕਹਿੰਦੇ, ਨਾ ਮਹਾਰਾਜ ਅੱਜ ਨਾ ਰੋਕਿਓ। ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਕਲਾਵੇਂ 'ਚ ਲੈ ਕੇ ਛੇਵੇਂ ਪਾਤਸ਼ਾਹ ਆਸਣ ਤੇ ਆਏ ਨੇ। ਰਾਤ ਦਾ ਸਮਾਂ ਹੋਇਆ। ਬਾਬਾ ਜੀ ਨੂੰ ਛੇਵੇਂ ਪਾਤਸ਼ਾਹ ਜੀ ਪੁੱਛਦੇ ਆ, ਬਾਬਾ ਜੀ ਤੁਸੀਂ ਵੱਡਿਆਂ ਸਤਿਗੁਰਾਂ ਦੇ ਦਰਸ਼ਨ ਕੀਤੇ ਆ, ਸਾਨੂੰ ਉਹਨਾਂ ਦੀ ਕਥਾ ਸੁਣਾਓ। ਸਾਰੀ ਰਾਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਕਥਾ ਸਰਵਣ ਕਰਵਾਈ। ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਨ ਕਰਕੇ ਸਰੀਰ ਦੀ ਕਿਰਿਆ ਸੋਧ ਕੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਨੇ। ਜਪਜੀ ਸਾਹਿਬ ਦਾ ਪਾਠ ਕੀਤਾ। ਧੰਨ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ ਹੈ। ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਲੇਟ ਗਏ ਨੇ। ਸੀਸ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੋਦ ਵਿੱਚ ਹੈ। ਨੇਤਰਾਂ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਦਿਆਂ ਅੰਮ੍ਰਿਤ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਔਰ ਜੋਤ ਮਹਾਜੋਤ ਵਿੱਚ ਛੇਵੇਂ ਪਾਤਸ਼ਾਹ ਦੀ ਜੋਤ ਵਿੱਚ ਮਿਲ ਕੇ ਵਿਲੀਨ ਹੋ ਗਈ। ਗੁਰੂ ਖਾਲਸਾ ਜੀ, ਇਹ ਨਿਰਵਾਣ ਪਦਵੀ ਹੈ। ਨਿਰਵਾਣ ਪਦਵੀ ਦੇ ਮਾਲਕ ਸਨ ਧੰਨ ਬਾਬਾ ਬੁੱਢਾ ਸਾਹਿਬ ਜੀ। ਨਿਰਵਾਣ ਪਦਵੀ ਦੇ ਮਾਲਕ ਸਨ ਮਾਈ ਭਾਗੋ ਜੀ। ਨਿਰਵਾਣ ਪਦਵੀ ਦੇ ਮਾਲਕ ਸਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ। ਨਿਰਵਾਣ ਪਦਵੀ ਦੇ ਮਾਲਕ ਸਨ ਭਾਈ ਸਾਹਿਬ ਭਾਈ ਧਰਮ ਸਿੰਘ ਜੀ, ਭਾਈ ਕਨਈਆ ਸਾਹਿਬ ਜੀ, ਭਾਈ ਸਾਹਿਬ ਭਾਈ ਪਾਰੋ ਜੀ ਜੁਲਕਾ ਵਰਗੇ ਪਰਮਹੰਸ ਮਹਾਂਪੁਰਸ਼, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜੈਸੇ ਮਹਾਂਪੁਰਸ਼। ਇਹ ਸਾਰੇ ਮਹਾਤਮਾ ਨਿਰਵਾਣ ਪਦਵੀ ਦੇ ਮਾਲਕ ਨੇ। ਇੱਥੇ ਪਾਤਸ਼ਾਹ ਕਹਿੰਦੇ ਸ਼ਬਦ ਰਹਿ ਨਿਰਵਾਣ। ਜਿਹੜੇ ਪਰਮੇਸ਼ਰ ਦੇ ਸ਼ਬਦ ਵਿੱਚ ਜੁੜੇ ਹੋਏ ਨਿਰਚਾਵਾਨ ਹੋ ਕੇ ਨਿਰਵਾਣ ਪਦਵੀ ਨੂੰ ਸੰਸਾਰ 'ਚ ਮਾਣਦੇ ਨੇ, ਐਸੇ ਗੁਰਮੁਖਾਂ ਤੋਂ ਬਲਿਹਾਰ ਜਾਈਏ। ਹਰ ਰਸ ਫਲ ਰਾਤੀ ਨਾਨਕਾ, ਕਰਮ ਸੱਚਾ ਨੀਸਾਨ। ਜਿਹੜੇ ਹਰੀ ਦੇ ਨਾਮ ਰਸ ਰੂਪੀ ਫਲ ਦੇ ਰੰਗ ਵਿੱਚ ਰੰਗੇ ਹੋਏ ਨੇ, ਉਹ ਕੌਣ ਨੇ? ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਜਿਨ੍ਹਾਂ ਦੇ ਮੱਥੇ ਤੇ ਪਰਮੇਸ਼ਰ ਨੇ ਲੇਖ ਪਾਏ ਨੇ। ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਮੁਤਾਬਕ ਜਿਨ੍ਹਾਂ ਦੇ ਮੱਥੇ ਤੇ ਲੇਖ ਪਾਏ ਹਨ, ਉਹ ਧਨ ਹਨ। ਉਹ ਨਾਮ ਦੇ ਰਸ ਰੂਪੀ ਫਲ ਨੂੰ ਮਾਣਦੇ ਹਨ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਉਚਾਰਦੇ ਹਨ। ਆਪੀ ਧਰਤੀ ਆਪੀ ਹੈ ਰਾਹਕ, ਆਪ ਜਮਾਏ ਪੀਸਾਵੇ। ਖਾਲਸਾ ਜੀ ਨੂੰ ਬ੍ਰਹਮਾਕਾਰ ਬਿਰਤੀ ਕਹਿੰਦੇ ਨੇ। ਜਦੋਂ ਤ੍ਰਿਕੁਟੀ ਛੁੱਟ ਜਾਂਦੀ ਹੈ, ਫਿਰ ਬ੍ਰਹਮਾਕਾਰ ਬਿਰਤੀ ਬਣਦੀ ਹੈ। ਤ੍ਰਿਕੁਟੀ ਹੈ ਕਰਤਾ, ਕਿਰਿਆ ਤੇ ਕਰਮ। ਜਦੋਂ ਸਾਡੇ ਅੰਦਰੋਂ ਬਿਰਤੀ ਉੱਠਦੀ ਆ, ਉਹਨੂੰ ਕਰਤਾ ਕਹਿੰਦੇ ਆ। ਨੇਤਰਾਂ ਦੁਆਰਾ ਉਹ ਬਿਰਤੀ ਤੁਹਾਡੇ ਤੱਕ ਗਈ ਹੈ, ਉਸ ਨੂੰ ਕਿਰਿਆ ਕਹਿੰਦੇ ਆ। ਤੁਹਾਡੇ ਵਿੱਚ ਉਹ ਬਿਰਤੀ ਜਦੋਂ ਮਿਲ ਗਈ, ਉਹਨੂੰ ਕਰਮ ਕਹਿੰਦੇ ਆ। ਉਹਦੇ ਵਿੱਚ ਜਿਹੜਾ ਚਿਰਾਭਾਸ ਦਾ ਚੇਤਨ ਦਾ ਆਭਾਸ ਹੈ, ਉਸ ਚੇਤਨ ਦੇ ਆਭਾਸ ਸਹਿਤ ਉਸੇ ਕਰਤਾ ਨੂੰ ਪਰਮਾਤਾ ਕਹਿੰਦੇ ਹਨ। ਉਸੇ ਕਿਰਿਆ ਨੂੰ ਪ੍ਰਮਾਣ ਕਹਿੰਦੇ ਹਨ। ਉਸੇ ਪ੍ਰਮਾਣ ਤੋਂ ਬਾਅਦ ਜਦੋਂ ਬਿਰਤੀ ਤੁਹਾਡੇ ਤੱਕ ਪਹੁੰਚਦੀ, ਉਹਨੂੰ ਪਰਮੇਯ ਕਹਿੰਦੇ ਹਨ। ਪ੍ਰਮਾਣ ਪ੍ਰਮਾਤਾ ਪਰਮੇਯ, ਧਿਆਨ ਧਿਆਤਾ ਧੇ, ਗਿਆਨ ਗਿਆਤਾ ਗੇ, ਇਹਨੂੰ ਤ੍ਰਿਕੁਟੀ ਕਹਿੰਦੇ ਹਨ। ਪਾਤਸ਼ਾਹ ਦੇ ਬਚਨ ਨੇ, ਜਿਸ ਗੁਰਮਿਲ ਛੁਟਕੀ ਤ੍ਰਿਕੁਟੀ ਰੇ। ਜਿਨ੍ਹਾਂ ਦੀ ਗੁਰੂ ਕਿਰਪਾ ਨਾਲ ਤ੍ਰਿਕੁਟੀ ਛੁੱਟ ਜਾਂਦੀ ਹੈ, ਕਿਉਂਕਿ ਮੇਰੇ ਅੰਦਰ ਜਿਹੜਾ ਚੇਤਨ ਹੈ, ਔਰ ਉਹੀ ਚੇਤਨ ਤੁਹਾਡੇ ਅੰਦਰ ਵੀ ਹੈ। ਬਾਹਰਲੇ ਇਸ ਸਰੀਰ ਦੇ ਪਰਦੇ ਕਰਕੇ ਭੇਦ ਪੈ ਜਾਂਦਾ। ਗੁਰੂਦੇਵ ਦੀ ਕਿਰਪਾ ਨਾਲ ਜਦੋਂ ਬਿਰਤੀ ਬ੍ਰਹਮਾਕਾਰ ਹੋ ਜਾਂਦੀ ਹੈ, ਬ੍ਰਹਮਾਕਾਰ ਬਿਰਤੀ ਹੋਣ ਤੋਂ ਬਾਅਦ ਉਹੀ ਬਿਰਤੀ ਜਦੋਂ ਚੇਤਨ ਨੂੰ ਵਿਸ਼ੇ ਕਰਨ ਲੱਗ ਪੈਂਦਾ, ਤੁਹਾਡੇ ਅੰਦਰ ਦੇ ਚੇਤਨ ਨੂੰ ਮੇਰਾ ਚੇਤਨ ਜਿਹੜਾ ਇਸ ਕਾਇਆ ਦੇ ਵਿੱਚ ਵਸਦਾ, ਉਹ ਫਿਰ ਵਿਸ਼ੇ ਕਰਨ ਲੱਗ ਪਵੇ,
ਤੇ ਫਿਰ ਬਾਹਰਲੇ ਸਰੀਰਾਂ ਦੇ ਪਰਦੇ ਸਮਾਪਤ ਹੋ ਜਾਂਦੇ ਹੈ। ਫਿਰ ਸਾਰੇ ਪਾਸੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਦੀ ਅਵਸਥਾ ਬਣਦੀ ਹੈ। ਉਹੀ ਇੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੱਸ ਰਹੇ ਨੇ ਕਿ ਆਪੇ ਹੀ ਆਪ ਹੈ। ਜਦੋਂ ਗੁਰੂ ਨਾਲ ਮਿਲ ਕੇ ਤ੍ਰਿਕੁਟੀ ਛੁੱਟ ਗਈ, ਫਿਰ ਕੀ ਵੇਖਿਆ? ਵਾਹਿਗੁਰੂ ਆਪ ਹੀ ਧਰਤੀ ਹੈ, ਆਪੇ ਹੈ ਰਾਹਕ, ਉਹ ਆਪ ਹੀ ਜ਼ਿਮੀਂਦਾਰ ਹੈ, ਆਪ ਹੀ ਉਹ ਫਸਲ ਨੂੰ ਬੀਜਣੇ ਵਾਲਾ ਹੈ ਤੇ ਫਿਰ ਉਸ ਨੂੰ ਕੱਟ ਕੇ ਪੀਸਣੇ ਵਾਲਾ ਵੀ ਆਪ ਹੈ। ਇੱਕ ਬੇਨਤੀ ਮੈਂ ਸਮੂਹ ਜ਼ਿਮੀਂਦਾਰਾਂ ਦੇ ਵੀਰਾਂ ਵਿੱਚ ਕਰਦਿਆਂ ਜੋ ਛੱਡਦੇ ਚਲੇ ਜਾ ਰਹੇ ਨੇ। ਕਲਗੀਧਰ ਸੁਆਮੀ ਜੀ ਨੇ 101 ਅਰਦਾਸਾਂ ਦੱਸੀਆਂ ਨੇ ਆਪਣੀ ਸੂਰਜ ਪ੍ਰਕਾਸ਼ ਵਿੱਚ। ਉਸ 101 ਅਰਦਾਸਾਂ ਦਾ ਜ਼ਿਕਰ ਆਉਂਦਾ ਕਿ ਕਿਹੜੇ ਕਿਹੜੇ ਸਮੇਂ ਸਿੱਖ ਨੇ ਅਰਦਾਸ ਕਰਨੀ। ਅੱਜ ਕੁਦਰਤੀ ਕਰੋਪੀ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਹਨ। ਇਹ ਕਿਉਂ ਵੱਧ ਰਹੀਆਂ ਨੇ? ਇਹਦਾ ਮੂਲਤଃ ਕਾਰਨ ਕੀ ਹੈ? ਇਹਦਾ ਕਾਰਨ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਦੱਸੀ ਮਰਿਆਦਾ ਛੱਡਦੇ ਜਾ ਰਹੇ ਹਾਂ। ਪਹਿਲਿਆਂ ਸਮਿਆਂ ਵਿੱਚ ਕਿਸਾਨ ਜਦੋਂ ਖੇਤੀ ਵਾਹੁਣ ਵੇਲੇ ਹਲ ਵਾਹੁੰਦਾ ਸੀ ਨਾ, ਹਲ ਵਾਹਣ ਤੋਂ ਪਹਿਲਾਂ ਅਕਾਲ ਪੁਰਖ ਅੱਗੇ, ਗੁਰਦੇਵ ਅੱਗੇ ਅਰਦਾਸ ਕਰਦਾ ਸੀ, ਸਾਹਿਬ ਹਲ ਵਾਹਣ ਲੱਗਾ ਕਿਰਪਾ ਕਰਿਓ। ਹਲ ਵਾਹਣ ਤੋਂ ਬਾਅਦ ਫਿਰ ਜਦੋਂ ਬੀਜ ਦਾ ਛੱਟਾ ਮਾਰਨਾ ਹੁੰਦਾ ਸੀ, ਬੀਜ ਦਾ ਛੱਟਾ ਮਾਰਨ ਤੋਂ ਪਹਿਲਾਂ ਫਿਰ ਅਰਦਾਸ, 101 ਅਰਦਾਸਾਂ ਵਿੱਚ ਇਹਦਾ ਜ਼ਿਕਰ ਆਉਂਦਾ। ਫਿਰ ਅਰਦਾਸ ਕਰਦਾ ਸੀ, ਹੇ ਅਕਾਲ ਪੁਰਖ ਜੀਓ, ਮੈਂ ਆਪਣੀ ਅਮਾਨਤ ਬੀਜ ਦੇ ਰੂਪ ਵਿੱਚ ਇਸ ਧਰਤੀ ਮਾਤਾ ਦੀ ਕੁੱਖ ਵਿੱਚ ਰੱਖਣ ਲੱਗਾ, ਇਹਨੂੰ ਕਈ ਗੁਣਾ ਕਰਕੇ ਵਾਧਾ ਪਾਵੀਂ। ਬੀਜ ਬੀਜਣ ਤੋਂ ਬਾਅਦ ਜਦੋਂ ਫਸਲ ਜੰਮ ਜਾਂਦੀ, ਪੱਕ ਜਾਂਦੀ, ਪੱਕਣ ਵੇਲੇ ਵਾਢੀ ਤੋਂ ਪਹਿਲਾਂ ਫਿਰ ਅਰਦਾਸ ਕਰਦਾ, ਮਹਾਰਾਜ ਆਪ ਜੀ ਨੇ ਦਇਆ ਕੀਤੀ ਹੈ, ਬੀਜ ਬੀਜਣ ਤੋਂ ਲੈ ਕੇ ਫਸਲ ਪੱਕਣ ਤੱਕ ਰਹਿਮਤ ਕੀਤੀ ਹੈ, ਇਹ ਫਸਲ ਪੱਕ ਗਈ ਹੈ, ਇਹ ਤੇਰੀ ਦਇਆ ਨਾਲ ਪੱਕੀ ਹੈ, ਤੇ ਹੁਣ ਵਾਢੀ ਪਾਉਣ ਲੱਗਾ ਤੇ ਆਪ ਜੀ ਕਿਰਪਾ ਕਰਿਓ, ਇਹਦੇ 'ਚ ਬਰਕਤ ਪਾਇਓ। ਅੱਜ ਇਹ ਮਰਿਆਦਾ ਸਾਡੇ ਜ਼ਿਮੀਂਦਾਰ ਵੀਰ ਛੱਡ ਗਏ। ਵਿਰਲੇ ਵਿਰਲੇ ਕਿਸਾਨ ਵੀਰ ਇਹ ਮਰਿਆਦਾ ਪਾਲਦੇ ਆ ਜਿਹੜੇ ਗੁਰਮੁਖ ਨੇ। ਬਹੁਤਿਆਂ ਨੇ ਮਰਿਆਦਾ ਛੱਡ ਦਿੱਤੀ ਹੈ। ਜਦੋਂ ਟਰੈਕਟਰ ਨਾਲ ਹਲ ਵਾਹੁੰਦੇ ਆ, ਹਲ ਵਾਹਣ ਵੇਲੇ ਗੁਰੂ ਖਾਲਸਾ ਜੀ ਉੱਥੇ ਅਰਦਾਸ ਨਹੀਂ ਕੀਤੀ ਜਾਂਦੀ, ਉੱਥੇ ਚਮਕੀਲਾ ਵੱਜਦਾ ਟਰੈਕਟਰ ਦੇ ਉੱਤੇ, ਉੱਥੇ ਅਨੇਕ ਪ੍ਰਕਾਰ ਦੇ ਗੰਦੇ ਤੇ ਅਸ਼ਲੀਲ ਗੀਤ ਵੱਜਦੇ ਆ। ਫਿਰ ਜਦੋਂ ਬੀਜ ਬੀਜਦਾ ਉਦੋਂ ਕੋਈ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਜਾਂਦਾ, ਵਾਢੀ ਪਾਈ ਜਾਂਦੀ ਆ ਉਦੋਂ ਕੋਈ ਰੱਬ ਨੂੰ ਚੇਤੇ ਨਹੀਂ ਕੀਤਾ ਜਾਂਦਾ। ਗੁਰੂ ਖਾਲਸਾ ਜੀ ਤਦੇ ਹੀ ਕਰੋਪੀਆਂ ਹੁੰਦੀਆਂ। ਪਰਮੇਸ਼ਰ ਦੀ ਓਟ ਲੈ ਕੇ ਜਦੋਂ ਕੋਈ ਸਿੱਖ ਕਾਰਜ ਕਰਦਾ, ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਸਹਾਈ ਹੁੰਦੇ ਹੈ। ਇਹ ਮਰਿਆਦਾ ਸਾਰੇ ਜ਼ਿਮੀਂਦਾਰ ਵੀਰਾਂ ਨੂੰ ਪਾਲਣੀ ਚਾਹੀਏ, ਗੁਰੂ ਸਾਹਿਬ ਦੀ ਕਿਰਪਾ ਤਾਂ ਵਰਤੇਗੀ। ਇੱਥੇ ਮਹਾਰਾਜ ਜੀ ਜ਼ਿਮੀਂਦਾਰ ਦਾ ਅਲੰਕਾਰ ਬਣ ਰਹੇ ਨੇ, ਕਹਿੰਦੇ ਵਾਹਿਗੁਰੂ ਆਪ ਹੀ ਧਰਤੀ ਹੈ, ਆਪ ਹੀ ਜ਼ਿਮੀਂਦਾਰ ਹੈ, ਆਪ ਹੀ ਬੀਜ ਨੂੰ ਬੀਜ ਕੇ ਜਮਾਉਂਦਾ ਹੈ, ਆਪ ਹੀ ਉਸ ਨੂੰ ਕੱਟ ਕੇ ਪੀਸਦਾ ਹੈ। ਆਪ ਪਕਾਵੈ ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ। ਤੇ ਪਕਾਉਣ ਵਾਲਾ ਜਿਹੜਾ ਚੇਤਨ ਹੈ ਉਹ ਵੀ ਤਾਂ ਆਪ ਹੈ, ਜਿਹੜਾ ਪਕਾਉਂਦਾ ਉਹਦੇ ਵਿੱਚ ਵੀ ਤਾਂ ਰੱਬ ਹੈ ਨਾ। ਜਿਹੜਾ ਭੋਜਨ ਪਕਾਉਂਦਾ ਉਹਦੇ ਵਿੱਚ ਵੀ ਪਰਮੇਸ਼ਰ ਵਰਤ ਰਿਹਾ, ਇਸ ਕਰਕੇ ਪਕਾਉਣ ਵਾਲਾ ਵੀ ਆਪ ਹੈ। ਆਪੇ ਆਪ ਭਾਂਡੇ ਦੇ ਪਰੋਸੈ, ਤੇ ਆਪ ਹੀ ਫਿਰ ਭਾਂਡੇ ਅੱਗੇ ਵਰਤਾਉਣ ਵਾਲਾ ਉਹ ਵੀ ਉਹ ਆਪ ਹੈ, ਪਰੋਸਣ ਵਾਲਾ ਵਰਤਾਉਣ ਵਾਲਾ ਵੀ ਆਪ ਹੈ, ਤੇ ਜਿਹੜਾ ਬਹਿ ਕੇ ਖਾਣ ਵਾਲਾ ਹੈ ਉਹ ਵੀ ਆਪ ਹੈ, ਆਪੇ ਹੀ ਆਪ ਹੈ। ਇੱਕ ਮਹਾਂਪੁਰਸ਼ ਹੋਏ ਬਾਬਾ ਬਿਸ਼ਨ ਸਿੰਘ ਜੀ, ਬਾਬੇ ਬਕਾਲੇ ਤਰਨੇ ਦਲ ਦੇ ਮਹਾਂਪੁਰਸ਼ ਜਥੇਦਾਰ ਸਨ, ਪਰਮਹੰਸ ਅਵਸਥਾ ਦੇ ਮਹਾਂਪੁਰਸ਼ ਸਨ। ਇੱਕ ਵਾਰੀ ਉੱਥੇ ਕੁਝ ਸਿੰਘ ਬੈਠੇ ਪ੍ਰਸ਼ਾਦਾ ਛਕਣ, ਤੇ ਇੱਕ ਸਿੰਘ ਨੇ ਆ ਕੇ ਬਾਬਾ ਬਿਸ਼ਨ ਸਿੰਘ ਨੂੰ ਸ਼ਿਕਾਇਤ ਕੀਤੀ। ਕਹਿਣ ਲੱਗੇ ਜੀ ਜਦੋਂ ਪ੍ਰਸ਼ਾਦਾ ਤਿਆਰ ਹੋ ਜਾਂਦਾ ਉਦੋਂ ਇਹ ਖਾਣ ਆ ਜਾਂਦੇ ਆ, ਜਦੋਂ ਪਕਾਣਾ ਹੁੰਦਾ ਜੀ ਉਦੋਂ ਆਉਂਦੇ ਨਹੀਂ ਇਹ, ਵੀ ਜਦੋਂ ਖਾਣਾ ਹੁੰਦਾ ਉਦੋਂ ਆ ਜਾਂਦੇ ਆ। ਮਹਾਂਪੁਰਸ਼ ਬਾਬਾ ਬਿਸ਼ਨ ਸਿੰਘ ਜੀ ਕਹਿਣ ਲੱਗੇ, ਭੁਜੰਗੀਆ ਜੇ ਖਾਣ ਵਾਲੇ ਨਾ ਹੋਣਗੇ ਤੇ ਪਕਾਉਣ ਵਾਲਿਆਂ ਨੇ ਕਿਹਦੇ ਵਾਸਤੇ ਪਕਾਉਣਾ?
ਇਹ ਖਾਣ ਦੀ ਸੇਵਾ ਕਰਦੇ ਆ, ਤੁਸੀਂ ਪਕਾਉਣ ਦੀ ਸੇਵਾ ਕਰੋ। ਇਹਨਾਂ ਵਿੱਚ ਕਲਗੀਧਰ ਬਹਿ ਕੇ ਹੀ ਛਕਦੇ ਆ। ਪਕਾਉਣ ਵਾਲਿਆਂ ਵਿੱਚ ਵੀ ਉਹ ਆਪ ਹੈ, ਤੇ ਛਕਾਉਣ ਵਾਲਿਆਂ ਵਿੱਚ ਵੀ ਆਪ ਹੈ, ਤੇ ਛਕਣ ਵਾਲਿਆਂ ਵਿੱਚ ਵੀ ਉਹ ਆਪ ਹੀ ਵਰਤਦਾ। ਹਾਂਜੀ। ਆਪੇ ਜਲ ਆਪੇ ਦੇ ਸਿੰਘਾ, ਆਪੇ ਚੁਲੀ ਭਰਾਵੈ। ਮਹਾਰਾਜ ਜੀ ਕਹਿੰਦੇ ਉਹ ਆਪ ਹੀ ਜਲ ਰੂਪ ਹੈ, ਆਪ ਹੀ ਜਲ ਹੈ। ਆਪ ਹੀ ਪ੍ਰਸ਼ਾਦਾ ਛਕਣ ਤੋਂ ਬਾਅਦ ਛਿੰਗਾ ਕਹਿੰਦੇ ਆ ਟੁੱਥ ਪਿਕ ਨੂੰ, ਜਿਹੜਾ ਦੰਦਾਂ ਦੇ ਵਿੱਚ ਪ੍ਰਸ਼ਾਦਾ ਫਸ ਜੇ ਤੇ ਉਹਨੂੰ ਕੱਢਣ ਵਾਸਤੇ ਵਰਤਿਆ ਨਾ ਡੱਕਾ, ਉਸ ਡੱਕੇ ਨੂੰ, ਤੀਲੇ ਨੂੰ ਕਹਿੰਦੇ ਆ ਛਿੰਗਾ। ਮਹਾਰਾਜ ਜੀ ਕਹਿੰਦੇ ਉਹ ਜਿਹੜਾ ਛਿੰਗਾ ਦਿੰਦਾ ਨਾ ਬਾਅਦ ਵਿੱਚ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਉਹ ਜਿਹੜਾ ਛਿੰਗਾ ਦੇ ਰਿਹਾ, ਉਹ ਤੀਲਾ ਦੇ ਰਿਹਾ, ਟੁੱਥ ਪਿਕ ਦੇ ਰਿਹਾ, ਕਹਿੰਦੇ ਉਹਦੇ ਵਿੱਚ ਵੀ ਉਹ ਆਪ ਹੀ ਵਰਤ ਰਿਹਾ, ਆਪ ਹੀ ਦੇ ਰਿਹਾ। ਆਪੇ ਚੁੱਲੀ ਭਰਾਵੈ। ਤੇ ਜਦੋਂ ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਤਗੜੇ ਕੀਤੇ ਜਾਂਦੇ ਆ। ਆਮ ਕਰਕੇ ਅਸੀਂ ਕਹਿ ਦਿੰਦੇ ਹੱਥ ਸੁੱਚੇ ਕਰਾਓ, ਹੱਥ ਧਵਾਓ। ਖਾਲਸਈ ਬੋਲੇ ਵਿੱਚ ਕਿਹਾ ਜਾਂਦਾ ਹੱਥ ਤਗੜੇ ਕਰਾਓ, ਵੀ ਹੱਥ ਤਗੜੇ ਹੋ ਜਾਣ। ਕਹਿੰਦੇ ਜਦੋਂ ਹੱਥ ਤਗੜੇ ਕਰਾਏ ਜਾਂਦੇ ਆ ਨਾ ਬਾਅਦ ਚ, ਤੇ ਚੂੜਾ ਨਹੀਂ ਕਰਦੇ। ਕਹਿੰਦੇ ਜਿਹੜਾ ਚੂੜਾ ਕਰ ਰਿਹਾ ਉਹ ਵੀ ਉਹ ਆਪ ਹੈ, ਤੇ ਜਿਹੜਾ ਚੂੜਾ ਭਰਾ ਰਿਹਾ ਉਹ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ, ਆਪੇ ਹੀ ਆਪ ਹੈ। ਆਸਾ ਦੀ ਵਾਰ ਦੇ ਵਿੱਚ ਰੋਜ਼ ਆਪਾਂ ਸਰਵਣ ਕਰਦੇ ਆ, ਸਭ ਕਿਛ ਆਪੇ ਆਪ। ਉਹ ਆਪੇ ਆਪ ਹੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹਦੀ ਜੋਤ ਸਾਰਿਆਂ ਵਿੱਚ ਹੀ ਵਸਦੀ ਹੈ। ਉਹ ਆਪ ਹੀ ਚੁੱਲੀ ਭਰਾਉਣ ਵਾਲਾ ਹੈ। ਆਪੇ ਸੰਗਤ ਸਾਧ ਬਹਾਲੈ, ਆਪੇ ਵਿਦਾ ਕਰਾਵੇ। ਆਪ ਹੀ ਵਾਹਿਗੁਰੂ ਜੀ ਦਇਆ ਕਰਕੇ ਸੰਗਤ ਨੂੰ ਸੱਦ ਕੇ, ਆਪਾਂ ਸਾਰੇ ਆਏ ਆ, ਆਪਣੇ ਬਲ ਨਾਲ ਨਹੀਂ ਆਏ। ਪਹਿਲੀ ਗੱਲ ਇਹ ਮਨ ਚ ਸਮਝ ਲਓ, ਅਸੀਂ ਆਪਣੇ ਤਾਣ ਨਾਲ ਨਹੀਂ ਆਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਕੰਨ ਤੋਂ ਫੜ ਕੇ ਬੁਲਾਇਆ ਵੀ ਆ ਜਾਓ। ਬਾਹਰ ਭਟਕਦੇ ਫਿਰਦੇ ਹੋ, ਠੋਕਰਾਂ ਖਾਂਦੇ ਫਿਰਦੇ ਹੋ ਸੱਜੇ ਖੱਬੇ, ਆਓ ਮੇਰੇ ਚਰਨਾਂ 'ਚ। ਮੈਂ ਤਾਂ ਐਉਂ ਸਮਝਦਾ ਵੀ ਕੰਨ ਤੋਂ ਫੜ ਕੇ ਬੁਲਾ ਲੈਂਦੇ, ਆ ਓਏ ਇੱਧਰ ਆ, ਕਿੱਧਰ ਭੱਜਿਆ ਫਿਰਦਾ। ਆਪ ਹੀ ਮੇਰੇ ਸਾਹਿਬ ਜੀ ਸੰਗਤ ਵਿੱਚ ਸੱਦਾ ਭੇਜ ਕੇ ਬੁਲਾ ਲੈਂਦੇ ਵੀ ਆ ਜਾਓ। ਤੇ ਜਦੋਂ ਭੇਜਦੇ ਆ, ਵਿਦਾ ਕਰਾਉਂਦੇ ਆ ਮਿਹਰਾਂ ਦਾ ਘਰ ਵਿੱਚ ਆ ਕੇ, ਉਹ ਜਾ ਸਿੱਖਾ ਤੇਰਾ ਜੀਵਨ ਸਫਲ, ਤੇਰਾ ਲੋਕ ਸੁਖੀਆ, ਤੇਰਾ ਪਰਲੋਕ ਸੁਹੇਲਾ। ਤੇ ਦੋਵੇਂ ਜਹਾਨ ਸਫਲੇ ਕਰਕੇ ਵਿਦਾ ਵੀ ਸਾਹਿਬ ਜੀ ਆਪ ਹੀ ਕਰਾਉਂਦੇ ਆ। ਆਪੇ ਵਿਦਾ ਕਰਾਵੇ, ਆਪ ਹੀ ਸਾਹਿਬ ਜੀ ਵਿਦਾ ਕਰਾਉਂਦੇ ਹਨ। ਜਿਸ ਨੂੰ ਕਿਰਪਾਲ ਹੋਵੇ ਹਰਿ ਆਪੇ। ਹਾਂ, ਜਿਸ ਤੇ ਵਾਹਿਗੁਰੂ ਆਪ ਕਿਰਪਾ ਕਰੇ ਉਹ ਇਸ ਗੱਲ ਨੂੰ ਬੁੱਝਦਾ। ਨਹੀਂ ਤਾਂ ਵਿਦਾਂਤੀਆਂ ਨੇ ਖੁਸ਼ਕ ਜਿਹਾ ਗਿਆਨ ਚੁੱਕਿਆ। ਉਹ ਕਹਿੰਦੇ ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਹਾਂ। ਕਿਸੇ ਇੱਕ ਮਹਾਤਮਾ ਨੇ ਕਿਸੇ ਚੇਲੇ ਨੂੰ ਕਹਿ ਦਿੱਤਾ ਵੀ ਤੂੰ ਬ੍ਰਹਮ ਹੈ। ਉਹਨੇ ਹੁਣ ਥਾਂ ਥਾਂ ਤੇ ਕਹਿਣਾ ਸ਼ੁਰੂ ਕਰ ਦਿੱਤਾ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ, ਮੈਂ ਵੀ ਬ੍ਰਹਮ, ਤੂੰ ਵੀ ਬ੍ਰਹਮ। ਲੋਕਾਂ ਨੇ ਉਹਦਾ ਨਾਂ ਰੱਖ ਦਿੱਤਾ ਬ੍ਰਹਮ ਗਿਆਨੀ। ਇੱਕ ਦਿਨ ਝੂਲਦਾ ਜਿਹਾ ਮਸਤ ਹਾਥੀ, ਉਹ ਹਾਥੀ ਜਿਹੜਾ ਸੀ ਥੋੜਾ ਜਿਹਾ ਵਿੜਰ ਗਿਆ। ਉਹਨੇ ਸੱਜੇ ਖੱਬੇ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉੱਤੇ ਮਹਾਵਤ ਬੈਠਾ ਸੀ, ਅੱਗੇ ਉਹ ਵੀ ਖੜਾ ਬ੍ਰਹਮ ਗਿਆਨੀ। ਲੋਕ ਉਹਨੂੰ ਕਾਣ ਮਹਾਵਤ ਉੱਤੋਂ ਬੈਠਾ ਆਵਾਜ਼ਾਂ ਮਾਰੇ, ਪਿੱਛੇ ਹਟ ਜਾਓ, ਹਾਥੀ ਭੂਤਰਿਆ ਮਾਰ ਦੇਗਾ। ਇਹ ਸਾਹਮਣੇ ਖਲੋਤਾ ਕਹਿੰਦਾ ਮੈਂ ਵੀ ਬ੍ਰਹਮ, ਇਹ ਵੀ ਬ੍ਰਹਮ, ਉਹ ਵੀ ਬ੍ਰਹਮ। ਇਹਨੇ ਨੂੰ ਹਾਥੀ ਕੋਲ ਆ ਗਿਆ। ਲੋਕ ਆਖਣੋਂ ਪਿੱਛੇ ਹਟ ਜਾ, ਕਹਿੰਦਾ ਪਿੱਛੇ ਕਿਉਂ ਹਟਾਂ, ਇਹ ਵੀ ਬ੍ਰਹਮ ਹੈ, ਮੈਂ ਵੀ ਬ੍ਰਹਮ ਹਾਂ, ਸਾਰੇ ਬ੍ਰਹਮ ਹੈ। ਇਹਨੇ ਨੂੰ ਹਾਥੀ ਕੋਲ ਆਇਆ, ਉਹਨੇ ਸੁੰਡ ਚ ਇਹਨੂੰ ਘੁੱਟਿਆ ਤੇ ਪਟਕੀਰ ਕੇ ਪਰੇ ਮਾਰਿਆ। 5-7 ਹੱਡੀਆਂ ਇਹਦੀਆਂ ਟੁੱਟ ਗਈਆਂ। ਇਹਦਾ ਜਿਹੜਾ ਉਸਤਾਦ ਸੀ ਉਹ ਆ ਗਿਆ ਕੋਲੇ, ਸੰਤ। ਉਹਨੂੰ ਇਹ ਕਹਿੰਦਾ ਤੂੰ ਮੈਨੂੰ ਚੰਗਾ ਗਿਆਨ ਦਿੱਤਾ, ਤੂੰ ਕਹਿੰਦਾ ਸੀ ਵੀ ਤੂੰ ਬ੍ਰਹਮ ਹੈ, ਵੀ ਹਾਥੀ ਨੇ ਤਾਂ ਆ ਕੇ ਬ੍ਰਹਮ ਨੂੰ। ਉਹ ਕਹਿੰਦਾ ਵੀ ਤੂੰ ਗੱਲ ਨਹੀਂ ਸੁਣੀ। ਜਿਹੜਾ ਹਾਥੀ ਦੇ ਉੱਤੇ ਮਹਾਵਤ ਬੈਠਾ ਸੀ ਉਹ ਵੀ ਆਵਾਜ਼ਾਂ ਮਾਰ ਕੇ ਕਹਿੰਦਾ ਸੀ ਪਿੱਛੇ ਹਟ ਜਾਓ। ਕਹਿੰਦੇ ਉਹ ਵੀ ਬ੍ਰਹਮ ਸੀ ਨਾ। ਉਸ ਬ੍ਰਹਮ ਦਾ ਕਹਿਣਾ ਜਦੋਂ ਇਸ ਬ੍ਰਹਮ ਨੇ ਨਹੀਂ ਮੰਨਿਆ, ਤੇ ਫਿਰ ਜਿਹੜਾ ਉਹ ਹਾਥੀ ਰੂਪੀ ਬ੍ਰਹਮ ਸੀ, ਉਸ ਹਾਥੀ ਰੂਪੀ ਬ੍ਰਹਮ ਨੇ ਇਸ ਬ੍ਰਹਮ ਨੂੰ ਚੁੱਕ ਕੇ ਮਾਰਿਆ। ਹੁਣ ਰੋਂਦਾ ਕਿਉਂ ਹੈ?
ਵੀ ਜਿਹੜਾ ਹਾਥੀ ਤੇ ਬੈਠਾ ਮਹਾਵਤ ਸੀ ਉਹ ਬ੍ਰਹਮ ਨਹੀਂ ਸੀ, ਉਹ ਵੀ ਤਾਂ ਕਹਿੰਦਾ ਸੀ ਵੀ ਪਿੱਛੇ ਹਟ ਜਾ। ਏਦਾਂ ਦਾ ਖੁਸ਼ਕ ਗਿਆਨ ਵਿਦਾਂਤੀਆਂ ਨੇ ਚੁੱਕ ਲਿਆ ਵੀ ਅਸੀਂ ਬ੍ਰਹਮ ਹਾਂ। ਪਰ ਉਹ ਬ੍ਰਹਮ ਜਦੋਂ ਕਬੀਰ ਜੀ ਦੇ ਹਿਰਦੇ 'ਚ ਉਜਾਗਰ ਹੁੰਦਾ ਤੇ ਕਬੀਰ ਜੀ ਨੂੰ ਬੰਨ੍ਹ ਕੇ ਹਾਥੀ ਦੇ ਮੂਹਰੇ ਸੁੱਟਿਆ ਜਾਂਦਾ ਤੇ ਉਹ ਹਾਥੀ ਨੂੰ ਕਬੀਰ ਵਿੱਚ ਉਹ ਬ੍ਰਹਮ ਨਜ਼ਰ ਆਉਂਦਾ ਤੇ ਆਪਣੇ ਪੋਟ ਦੋਵੇਂ ਜੋੜ ਕੇ ਕਬੀਰ ਨੂੰ ਮੱਥਾ ਟੇਕ ਕੇ ਸੀਸ ਝੁਕਾ ਕੇ ਨਮਸਕਾਰ ਕਰਦਾ। ਉੱਥੇ ਸੀ ਬ੍ਰਹਮ ਪ੍ਰਗਟ, ਕਿਉਂਕਿ ਕਬੀਰ ਜੀ ਨੇ ਉਸ ਬ੍ਰਹਮ ਨੂੰ ਆਪਣੇ ਹਿਰਦੇ 'ਚ ਸਾਖਸ਼ਾਤਕਾਰ ਕਰ ਲਿਆ ਸੀ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ, ਜਿਸਨੋਂ ਕਿਰਪਾਲ ਹੋਵੇ ਹਰ ਆਪੇ। ਹਰੀ ਵਾਹਿਗੁਰੂ ਆਪ ਜਿਨ੍ਹਾਂ ਤੇ ਕਿਰਪਾ ਦੇ ਘਰ ਵਿੱਚ ਆ ਕੇ ਕਿਰਪਾਲ ਹੁੰਦਾ, ਤਿਸ ਨੂੰ ਹੁਕਮ ਮਨਾਵੇ। ਤੇ ਜਿਸ ਨੂੰ ਮਹਾਰਾਜ ਜੀ ਕਿਰਪਾਲ ਹੋ ਕੇ ਕਿਰਪਾ ਕਰਦੇ ਐ, ਉਹਨੂੰ ਸਾਹਿਬ ਜੀ ਆਪਣਾ ਹੁਕਮ ਮਨਾ ਲੈਂਦੇ ਹਨ। ਇਹ ਪਾਵਨ ਬਚਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦੇ ਹਨ। ਹੇ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀਓ, ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਾਤਸ਼ਾਹ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਨੂੰ ਵਿਚਾਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਗਾਂਹ ਵਾਸਤੇ ਸਤਿਬੁੱਧੀ ਸਮਰਥ ਪ੍ਰਦਾਨ ਕਰਨੀ। ਕੋਟਾਨ ਕੋਟ ਸ਼ੁਕਰ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਔਰ ਉਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਮਾਪਤੀ ਕਰੀਏ ਜੀ। ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ। ਜਿਸਨੋਂ ਕਿਰਪਾਲ ਹੋਵੇ ਹਰ ਆਪੇ, ਤਿਸਨੋਂ ਹੁਕਮ ਮਨਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।